ਜਸ ਟੀਵੀ ਦੇਖ ਰਹੇ ਤੁਸੀਂ, ਮੈਂ केपी ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਪੰਜਾਬ ਨੂੰ ਆਰਥਿਕ ਮਦਦ ਦੀ ਲੋੜ ਹੈ, ਇਹ ਗੱਲ ਸਭ ਨੂੰ ਪਤਾ ਹੈ ਤੇ ਸਭ ਨੂੰ ਚੰਗੀ ਤਰ੍ਹਾਂ ਚਾਨਣਾ ਹੈ। ਤੇ ਜਦੋਂ ਕੇਂਦਰ ਸਰਕਾਰ ਮਦਦ ਦੀ ਗੱਲ ਕਰਦੀ ਪਈ ਹੈ ਤਾਂ ਉਦੋਂ 218 ਕਰੋੜ ਰੁਪਏ ਦਾ ਜ਼ਿਕਰ ਹੁੰਦਾ ਹੈ। ਹੜ੍ਹ ਪੀੜਤਾਂ ਲਈ ਕਿੰਨੀ ਮਦਦ ਦੀ ਲੋੜ ਹੈ, ਕੀ ਹੈ, ਪੰਜਾਬ ਸਰਕਾਰ ਨੇ ਹੁਣ ਤੱਕ ਕੀ ਪਲਾਨ ਬਣਾਇਆ, ਕਿੰਨਾ ਐਸਟੀਮੇਟ ਲਾ ਕੇ ਭੇਜਿਆ, ਇਹ ਸਾਰੇ ਸਵਾਲ ਵੀ ਹੋਣਗੇ। पर इस विचाले मुख्य मंत्री भगवंत मान हरा ने कहा कि साडे कोले बंदोबस्त पूरे ने, असी केंद्र तो क्यों मंगीए। ये गल कहने का उन्होंने मतलब कि इसनूं समझने की कोशिश करा कि केंद्र अगे असी हथ नहीं अड़ते, पंजाबी भीख मंगते देखे। तुसीं भगवंत मान हरा ने कहा पंजाबी हक मंगते हैं, इस करके उन्होंने कहा तो असीं यही सवाल पूछांगे केंद्र तो क्यों मंगीए। क्यों मंगी भी उन्होंने तो हैगा साडे कोल। मुख्यमंत्री ने सवाल किया तो बीजेपी ने जवाब भी दिता, पहला सुन लिया। ये कहते केंद्र तो मंग लो, क्यों मंगा मैं? जेड़ा डिजास्टर मैनेजमेंट का पैसा होंदा ना, कुदरती आफत का, वो बहुत पैसा पिया जी, इन्होंने वरतना नहीं आउंदा सी, मैं वरतूंगा। क्यों मंगी भी उन्होंने तो जो हैगा साडे कोले। पंजाबी कदे भीख मंगदा देखिया? हक मंगदा जरूर देखिया होगा, भीख मंगदा नहीं देखिया। देने दे दो, नहीं ना सही। केंद्र के पैकेज देने लिए तैयार आ, लेकिन वो लैन लिए तैयार नहीं है भगवंत मान। वो कहता लोड़ ही नहीं सानू, साढ़े को पैसा ही बड़ा, लेकिन अजे किसी को कोई भाई कोड़ी नहीं दी, 1-2 रुपये नहीं दिते किसी को। बड़ा सवाल असीं पुछांगे मुख्यमंत्री भगवंत मान के केंद्र सरकार तो माली मदद ना मंगण वाले ताने दे असल मायने की है। ਜਿਹੜਾ ਪੈਨਲ ਸਾਡੇ ਨਾਲ ਤਾਰਫ ਕਰਾ ਰਹੇ हैं रवनीत सिंह बराड़, भारतीय किसान यूनियन कादिया के आगू ने, इलैक्शन भी लड़ चुके हैं। रवनीत सिंह बराड़ ਤੁਹਾਡਾ बहुत स्वागत है। बब्बी बादल, हर सुखविंदर सिंह बब्बी बादल आम आदमी पार्टी स्पोक्स पर्सन ने, बब्बी बादल ਤੁਹਾਡਾ बहुत स्वागत है। गुरदीप सिंह गोशा भारतीय जनता पार्टी के स्पोक्स पर्सन ने, मिस्टर गोशा ਤੁਹਾਡਾ बहुत स्वागत है। सुखबीर सलारपुर कांग्रेस स्पोक्स पर्सन है, सुखबीर सलारपुर ਤੁਹਾਡਾ बहुत स्वागत है। करनैल सिंह पीर मुहम्मद श्रोमणी अकाली दल के स्पोक्स पर्सन ने, पीर मुहम्मद साहब ਤੁਹਾਡਾ बहुत स्वागत है। पहला सवाल बब्बी बादल ਤੁਹਾਨੂੰ करना चाहूँगा। बब्बी बादल, ਤੁਸੀਂ ਇਹ ਮਿਹਣੇ ਮਾਰਦੇ ਪਏ ਹੋ ਜਾਂ ਤੁਸੀਂ ਵਾਕਈ ਸਮਰੱਥ ਹੋ ਇੰਨੇ ਕਿ ਤੁਸੀਂ ਆਪਣੇ ਆਪ ਹੜ੍ਹ ਪੀੜਤਾਂ ਦੀ ਮਦਦ ਕਰ ਦੋਗੇ? केपी जी, मैं ਤੁਹਾਨੂੰ ਦੱਸਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਨੇ ਕੀ ਨਹੀਂ ਕਿਹਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਜੇ ਕੇਂਦਰ ਮਦਦ ਕਰੂਗਾ ਤਾਂ ਅਸੀਂ ਮਦਦ ਨਹੀਂ ਲਵਾਂਗੇ। ਉਹਨਾਂ ਦਾ ਸੰਦਰਭ ਸੀ ਉਹ ਨਿਹਾਇਤ ਆਪਣੇ ਜਦੋਂ ਬੋਲਦੇ ਆ ਮਨ ਦੀ ਗਹਿਰਾਈ ਚੋਂ ਬੋਲਦੇ ਆ, ਕੋਈ ਨੋਟਸ ਤੋਂ ਨਹੀਂ ਬੋਲਦੇ। ਉਹ 3 ਕਰੋੜ ਅਣਖੀ ਪੰਜਾਬ ਦੀ 3 ਕਰੋੜ ਪੰਜਾਬੀਆਂ ਦੀ ਤਰਜਮਾਨੀ ਕਰ ਰਹੇ ਆ ਮੁੱਖ ਮੰਤਰੀ ਜੀ। ਉਹਨਾਂ ਨੇ ਕਿਹਾ केपी जी कि जे देना दे दिओ ते जे नहीं दिओगे, ये मैं ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਜੇ ਤੁਸੀਂ ਨਹੀਂ ਵੀ ਦਿਓਗੇ ਤਾਂ ਅਸੀਂ ਪੰਜਾਬ ਦੇ ਜਿਹੜਾ ਖਜ਼ਾਨਾ ਹੈ, ਮੇਰੇ 2 ਪੁਆਇੰਟ ਹੈ केपी जी, ਮੈਨੂੰ ਬਸ 2 ਪੁਆਇੰਟ ਦੇ ਦਿਓ ਜੀ। ਪਹਿਲਾ ਪੁਆਇੰਟ ਮੇਰਾ ਇਹ ਹੈ ਕਿ ਕੇਂਦਰ ਦੀਆਂ ਕਿਹੜੀਆਂ ਫੈਕਟਰੀਆਂ ਚੱਲਦੀਆਂ ਹੈ। ਜਿਹੜਾ ਕੇਂਦਰ ਕੋਲ ਪੈਸਾ ਆਉਂਦਾ ਹੈ ਉਹ ਸੂਬਿਆਂ ਤੋਂ ਆਉਂਦਾ ਹੈ, ਉਹ ਸਾਡਾ ਪੈਸਾ ਹੈ केपी जी। ਸਾਡੀ ਸਰਕਾਰ 2 ਸੂਬਿਆਂ 'ਚ ਹੈ, ਇੱਕ ਦਿੱਲੀ ਇੱਕ ਪੰਜਾਬ। ਤੇ ਜਿੰਨਾ ਇਨਕਮ ਟੈਕਸ ਔਰ ਜਿੰਨਾ ਪੈਸਾ ਕੇਂਦਰ ਇਕੱਠਾ ਕਰਦਾ ਹੈ ਨਾ ਦਿੱਲੀ ਔਰ ਪੰਜਾਬ ਤੋਂ, ਜੇ ਸਾਨੂੰ ਅੱਧਾ ਵੀ ਮੋੜ ਦੇ ਤੇ ਸਾਨੂੰ ਕਦੇ ਵੀ ਸਾਡੀ ਸਾਰੀ ਡੈਟ ਲੈ ਜੂਗੀ, ਸਾਨੂੰ ਕਦੇ ਵੀ ਕੇਂਦਰ ਦੀ ਲੋੜ ਨਹੀਂ ਪਊ। ਪਹਿਲਾ ਪੁਆਇੰਟ। ਨੰਬਰ ਦੂਜੀ ਗੱਲ, ਮੁੱਖ ਮੰਤਰੀ ਜੀ ਨੇ ਇਹ ਕਿਹਾ ਹੈ ਕਿ ਸਾਡੀ ਕਾਬਲੀਅਤ ਹੈ। ਦੇਖੋ, ਜੇ ਸਾਨੂੰ ਉਹ ਜਲੀਲ ਕਰਨਾ ਚਾਹੁੰਦੇ ਆ, ਉਹ ਚਾਹੁੰਦੇ ਆ ਮਿੰਨਤਾਂ ਕਰਨ, ਜੇ ਉਹ ਚਾਹੁੰਦੇ ਆ ਕਿ ਇਹ ਛਾਲਾਂ ਮਾਰਨ, ਜਿਵੇਂ ਆਪਾਂ ਆਪਣੇ ਪਾਲਤੂ ਨੂੰ ਕਈ ਵਾਰ ਹੱਡੀ ਚੱਕ ਕੇ ਆਪਾਂ ਕਹਿੰਦੇ ਆ ਨਾ ਕਿ ਛਾਲ ਮਾਰ ਫਿਰ ਹੱਥ ਉੱਚਾ ਕਰ ਲੈਂਦੇ ਆ, ਫਿਰ ਹੋਰ ਛਾਲ ਮਾਰ ਫਿਰ ਹੋਰ ਹੱਥ ਉੱਚਾ। ਅਸੀਂ ਮਿੰਨਤਾਂ ਨਹੀਂ ਕਰਨੀਆਂ, ਅਸੀਂ ਜਲੀਲ ਨਹੀਂ ਹੋਣਾ। ਜੇ ਸਾਨੂੰ ਮਦਦ ਦਿੰਦੇ ਆ ਕੇਂਦਰ ਨੂੰ ਕਿਹੜਾ ਨਹੀਂ ਪਤਾ। ਪੰਜਾਬ ਜਿੰਨਾ ਰਾਸ਼ਨ, ਜਦੋਂ ਦੇਸ਼ ਨੂੰ ਅਮਰੀਕਾ ਜਾਣਾ ਪੈਂਦਾ ਸੀ ਕਣਕ ਵਾਸਤੇ, ਲੋਕ ਭੁੱਖੇ ਮਰਦੇ ਸੀ, ਉਦੋਂ ਪੰਜਾਬ ਨੇ ਖੁਦ ਮੁਖਤਿਆਰ ਬਣਾਇਆ। ਬੱਬੀ ਬਾਦਲ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਿੰਨਤਾਂ ਨਹੀਂ ਕਰਨੀਆਂ, ਮਿਹਣੇ ਮਾਰਨੇ ਆ, ਫਿਰ ਪੈਸੇ ਮਿਲ ਜਾਣਗੇ? ਦੇਖੋ, ਪੈਸੇ ਤਾਂ ਦੇਣੇ ਹੀ ਪੈਣਗੇ ਜੀ, ਸਾਡਾ ਹੱਕ ਹੈ, ਅਸੀਂ ਦੇਸ਼ ਦਾ ਹਿੱਸਾ ਹੈ। ਨੰਬਰ ਇਹ ਹੈ ਕਿ ਜੇ ਸਾਨੂੰ ਜਲੀਲ ਕਰਾਉਣਾ ਹੈ, ਤੁਸੀਂ ਕਹੋਗੇ ਕਿ ਦੇਖੋ ਇਹ ਅਸੀਂ ਜਿਹੜੀ ਗਿਰਦਾਵਰੀ ਕਰਾ ਰਹੇ ਹਾਂ, ਅਸੀਂ ਇਸੇ ਲਈ ਕਰਾ ਰਹੇ ਹਾਂ ਕਿ ਅਸੀਂ ਕੇਂਦਰ ਸਰਕਾਰ ਨੂੰ ਨੁਕਸਾਨ ਦੱਸ ਸਕੀਏ। ਚਲੋ ਠੀਕ ਹੈ ਬੱਬੀ ਬਾਦਲ, ਇੱਕ ਸਵਾਲ ਦਾ ਜਵਾਬ ਦੇ ਦਿਓ, ਫਿਰ ਮੈਂ ਡਿਬੇਟ ਓਪਨ ਕਰ ਦੂੰਗਾ।
ਬੱਬੀ ਬਾਦਲ, ਪੰਜਾਬ ਸਰਕਾਰ ਨੇ ਆਪਦੇ ਪੱਧਰ ਤੇ ਹੁਣ ਤੱਕ ਕਿੰਨੀ ਮਦਦ ਦਿੱਤੀ ਹੈ ਸੂਬਾ ਵਾਸੀਆਂ ਨੂੰ? ਦੇਖੋ ਕੇਪੀ ਜੀ, ਮੈਂ ਤੁਹਾਨੂੰ ਇਹ ਦੱਸਦਾ ਕਿ ਹਲੇ ਤੱਕ ਅਸੈਸਮੈਂਟ ਚੱਲ ਰਹੀ ਹੈ। ਮਦਦ ਦੇਣ ਦਾ ਸਵਾਲ ਉਦੋਂ ਉੱਠੂਗਾ। ਮੈਂ ਇੱਕ ਸਿੰਪਲ ਸਵਾਲ ਕੀਤਾ ਬੱਬੀ ਬਾਦਲ ਜੀ, ਕਿ ਚਲੋ ਦੱਸ ਦਿਓ ਕਿ ਇੱਕ ਮਿੰਟ ਸਰ, ਕੇਂਦਰ ਨੇ ਕਿੰਨੇ 218 ਕਰੋੜ ਰੁਪਏ ਦਿੱਤਾ ਜਾਂ ਜ਼ਿਆਦਾ ਦਿੱਤਾ? 218 ਦਿੱਤਾ ਚਲੋ ਹੈ। ਠੀਕ ਹੈ, ਰੁਕ ਜਾ ਬੱਬੀ ਬਾਦਲ ਜੀ। ਸੂਬਾ ਸਰਕਾਰ ਨੇ 33 ਕਰੋੜ ਦਿੱਤਾ ਜਾਂ ਜ਼ਿਆਦਾ ਦਿੱਤਾ? ਨਹੀਂ ਜੀ, 33.51 ਦਿੱਤਾ, 33.51 ਸੂਬਾ ਸਰਕਾਰ, ਕੇਂਦਰ ਸਰਕਾਰ ਨੇ ਦਿੱਤਾ 218.4। ਠੀਕ ਹੈ ਜੀ, ਚਲੋ ਹੁਣ ਰੁਕ ਜਾ ਕੋਣ। ਗੋਸ਼ਾ ਜੀ 218 ਕਰੋੜ ਰੁਪਇਆ ਤੁਸੀਂ ਦਿੱਤਾ, ਕਿੰਨੇ ਦਿਨ ਹੋ ਗਏ ਦਿੱਤੇ ਇਹਨੂੰ ਗੋਸ਼ਾ ਜੀ? ਕੇਪੀ ਸਾਹਿਬ ਦਿਨ ਤਾਂ ਕਾਫੀ ਹੋ ਚੁੱਕੇ ਆ, 3 ਹਫ਼ਤਿਆਂ ਦੇ ਕਰੀਬ ਹੋ ਚੁੱਕੇ ਆ, ਕਿਉਂਕਿ ਡਿਜ਼ਾਸਟਰ ਫੰਡ ਹੁੰਦਾ ਜਦੋਂ ਆਪਦਾ ਆਉਂਦੀ ਹੈ, ਸਾਡਾ ਫਰਜ਼ ਬਣਦਾ। ਸਰਕਾਰ ਜਿਹੜਾ ਪੰਜਾਬ ਹੈ ਇੰਡੀਆ ਤੋਂ ਬਾਹਰ ਰਹੇਗਾ, ਭਾਰਤ ਦੇ ਵਿੱਚ ਹੀ ਹੈ। ਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਬਿਲਕੁਲ ਤਰਜਮਾਨੀ 3 ਕਰੋੜ ਬੰਦਿਆਂ ਦੇ ਕਰਦੇ, ਬੱਬੀ ਬਾਦਲ ਜੀ ਨੇ ਵੀ ਕੀਤੀ, ਅਸੀਂ ਵੀ ਕਹਿੰਦੇ 3 ਕਰੋੜ ਪੰਜਾਬੀਆਂ ਦੀ ਤਰਜਮਾਨੀ ਕਰਦੇ ਆ। ਪਰ ਉੱਥੇ ਆਪਣੇ ਆਪ ਨੂੰ ਆਪ ਹੀ ਜਲਾਲਤ ਦੀ ਗੱਲ ਕਰਨੀ, ਅਸੀਂ ਭੀਖ ਨਹੀਂ ਮੰਗਣੀ। ਇਹ ਫਿਲਮੀ ਪਿਕਚਰ ਚੱਲ ਰਹੀ ਹੈ, ਫਿਲਮ ਚੱਲ ਰਹੀ ਹੈ, ਡਾਇਲੌਗ ਦਿੱਤਾ ਹੋਇਆ ਵੀ ਉਹੀ ਡਾਇਲੌਗ ਬੋਲਣਾ। ਤੁਸੀਂ ਆਪਦਾ ਦੇ ਵਿੱਚੋਂ 218 ਕਰੋੜ ਆਇਆ, ਵੰਡੋ। ਉਸ ਤੋਂ ਬਾਅਦ ਤੁਹਾਨੂੰ ਹੋਰ ਜ਼ਰੂਰਤ ਹੈ, ਹੋਰ ਲਵੋ। ਅੱਜ 1500 ਪਿੰਡਾਂ ਦੇ ਵਿੱਚ ਪਾਣੀ ਦੇ ਲਪੇਟ 'ਚ ਆ ਗਿਆ, ਪਿੰਡਾਂ ਦੇ ਵਿੱਚ ਪਿੰਡ ਰੁੜ ਗਏ, ਪਿੰਡਾਂ ਦੀ ਪ੍ਰੋਬਲਮ ਆ ਗਈ, ਲੋਕਾਂ ਦੀਆਂ ਨਵੀਆਂ ਕੋਠੀਆਂ ਰੁੜ ਗਈਆਂ, ਲੋਕਾਂ ਨੂੰ ਜਿਹੜੀ ਲੋੜ ਸੀ ਰਾਸ਼ਨ ਦੀ ਉਹ ਤੁਸੀਂ ਦਿੱਤਾ ਨਹੀਂ ਗਿਆ, ਕਿਸ਼ਤੀਆਂ ਦੀ ਲੋੜ ਸੀ ਦਿੱਤੀ ਨਹੀਂ ਗਈ, ਉਹ NGO ਦੇ ਰਹੀ ਹੈ, ਉਹ ਗੁਰਦੁਆਰਾ ਕਮੇਟੀਆਂ ਦੇ ਰਹੀਆਂ, ਤੇ ਤੁਸੀਂ ਸਿਰਫ ਫਿਲਮੀ ਡਾਇਲੌਗ ਬੋਲ ਰਹੇ ਹੋ। ਬੜੀ ਬੇਸ਼ਰਮੀ ਵਾਲਾ ਬਿਆਨ ਹੈ ਕਿ ਅਸੀਂ ਭੀਖ ਨਹੀਂ ਮੰਗਣੀ। ਉਹ ਇਹ ਭੀਖ ਨਹੀਂ ਮੰਗਣੀ ਜਦੋਂ 300 ਯੂਨਿਟ ਦੀ ਗੱਲ ਕਰਦੇ ਹੋ, ਜਦੋਂ 1000 ਰੁਪਏ ਔਰਤਾਂ ਦੇਣ ਦੀ ਗੱਲ ਕਰਦੇ ਹੋ, ਜਾਂ ਹੋਰ ਫੰਡ ਦੇਣ ਦੀ ਗੱਲ ਕਰਦੇ ਹੋ, ਉਹ ਵੀ ਤਾਂ ਲੋਕਾਂ ਨੇ ਟੈਕਸਾਂ ਦੇ ਵਿੱਚੋਂ ਲੈਣਾ। ਉਹ ਭੀਖ ਥੋੜਾ ਕੀਤੀ ਹੈ, ਕਿਉਂ ਭੀਖ ਹੈ? ਸਿਰਫ ਤੁਸੀਂ ਜਾਣਬੁੱਝ ਕੇ ਇੱਕ ਇਹੋ ਜੀ ਗੱਲ ਦੇਖੋ। ਗੋਸ਼ਾ ਜੀ ਵੈਸੇ ਤਾਂ ਤੁਸੀਂ ਆਪ ਸਿਆਣੇ ਹੋ ਸਰ, ਮੇਰੀ ਸਲਾਹ ਤਾਂ ਤੁਸੀਂ ਮੰਨਣੀ ਨਹੀਂ ਗੀ, ਪਰ ਫਿਰ ਵੀ ਮੈਂ ਇੱਕ ਸਲਾਹ ਦੇ ਰਿਹਾ ਸਰ, ਫਿਲਮ ਬੰਦ ਕਰ ਦਿਓ ਨਾ, ਤੁਸੀਂ ਪੈਸੇ ਦਿਓ ਪੰਜਾਬ ਨੂੰ ਜਿੰਨੇ ਚਾਹੀਦੇ ਆ, ਤੁਸੀਂ ਫਿਲਮ ਬੰਦ ਕਰ ਦਿਓ ਇਹਨਾਂ ਦੀ। ਕੌਣ ਮਨਾ ਕਰ ਰਿਹਾ ਜੀ? ਫਿਲਮ ਅਸੀਂ ਤਾਂ 218 ਕਰੋੜ ਪਹਿਲਾਂ ਹੀ ਮੂੰਹ ਬੰਦ ਕਰਤਾ, ਹਾਲੇ ਤਾਂ ਇਹਨਾਂ ਨੇ ਮੰਗੇ ਵੀ ਨਹੀਂ ਸੀਗੇ। ਇਹਨਾਂ ਦੇ ਮੰਗੇ ਸੀ, ਪੁੱਛੋ ਇਹਨਾਂ ਨੇ ਚਿੱਠੀ ਲਿਖੀ ਸੀ। ਉਹ ਸਾਡਾ ਫਰਜ਼ ਸੀ, ਆਪਣਾ ਫਰਜ਼ ਨਿਭਾ ਰਹੇ, ਅੱਗੋਂ ਵੀ ਫਰਜ਼ ਨਿਭਾਵਾਂਗੇ, ਪਰ ਘੱਟੋ ਘੱਟ ਲੋਕਾਂ ਤੱਕ ਪਹੁੰਚਾਓ ਤਾਂ ਸਹੀ। ਅੱਜ 33 ਕਰੋੜ ਮੰਦੇ ਪਏ, ਵੀ 33 ਕਰੋੜ ਤੇ ਬਾਕੀ ਜਮਾ ਕਰਕੇ ਕੀ ਐਡਵਰਟਾਈਜ਼ਮੈਂਟ ਵਾਸਤੇ ਰੱਖਿਆ ਹੋਇਆ? ਵੀ ਅਖਬਾਰਾਂ 'ਚ ਐਡਾਂ ਦੇਣੀਆਂ, ਜਾਂ ਟੀਵੀ ਚੈਨਲ ਤੇ ਐਡਾਂ ਦੇਣੀਆਂ, ਜਾਂ ਬੋਰਡ ਲਗਾਉਣੇ। ਗੋਸ਼ਾ ਜੀ ਮੈਨੂੰ ਇੱਕ ਚੀਜ਼ ਸਮਝ ਆ ਰਹੀ ਹੈ, ਗੋਸ਼ਾ ਜੀ ਮੈਂ ਰਵਨੀਤ ਬਰਾੜ ਤੋਂ ਥੋੜਾ ਸਮਝ ਲਵਾਂ। ਰਵਨੀਤ ਬਰਾੜ, ਮੈਨੂੰ ਇੱਕ ਚੀਜ਼ ਸਮਝ ਆ ਰਹੀ ਹੈ, ਆਮ ਆਦਮੀ ਪਾਰਟੀ ਕਹਿੰਦੀ ਸੀਗੀ ਕਿ ਗਿਰਦਾਵਰੀ ਕਰਾਉਣ ਦੀ ਲੋੜ ਨਹੀਂ, ਗਿਰਦਾਵਰੀ ਬਾਅਦ 'ਚ ਹੁੰਦੀ ਰਹੂਗੀ, ਪਹਿਲਾਂ ਮੁਆਵਜ਼ਾ ਦੇ ਦਾਂਗੇ। ਕੇਂਦਰ ਸਰਕਾਰ ਕਹਿੰਦੀ ਹੈ ਸਾਡੇ ਤੋਂ ਪਹਿਲਾਂ ਤੁਸੀਂ ਮੰਗਿਆ ਸੀਗਾ, ਅਸੀਂ ਆਪੇ ਦਿੱਤਾ। ਹੁਣ ਕੇਂਦਰ ਨੂੰ ਕੁਝ ਨਹੀਂ ਦੇਖਦਾ ਪਿਆ, 3 ਹਫ਼ਤੇ ਬਾਅਦ ਕੇਂਦਰ ਨੂੰ ਪੰਜਾਬ ਭੁੱਲ ਗਿਆ। ਮੈਨੂੰ ਤਾਂ ਲੱਗਦਾ ਦੋਨੋਂ ਸਰਕਾਰਾਂ ਹੀ ਜਿਹੜੀਆਂ ਉਹ ਲੋਕਾਂ ਨੂੰ ਬੇਵਕੂਫ ਬਣਾ ਰਹੀਆਂ। ਰਵਨੀਤ ਬਰਾੜ ਕੇਪੀ ਜੀ, ਇਹ ਸਾਰੇ ਐਪੀਸੋਡ ਵਿੱਚ ਨਾ ਆਪਾਂ ਨੂੰ ਇੱਕ ਗੱਲ ਅੰਡਰਸਟੈਂਡ ਕਰਨੀ ਪੈਣੀ ਹੈ। ਮੈਂ ਆ ਰਿਹਾ ਗੋਸ਼ਾ ਜੀ, ਕੀ ਰਿਹਾ ਹਾਂ ਇਹਦੇ ਵਿੱਚ ਕੀ ਕੀਤਾ ਜਾ ਰਿਹਾ ਵੀ ਬਲੇਮ ਗੇਮ ਚੱਲ ਪਈ ਹੈ ਨਾ, ਜਿਹੜਾ ਕਿ ਰਾਜਨੀਤੀ ਜਿਹਨੂੰ ਕਹਿੰਦੇ ਆ ਉਹ ਇੱਥੇ ਸ਼ੁਰੂ ਹੋ ਚੁੱਕੀ ਹੈ, ਜਿਹੜੀ ਕਿ ਬੜਾ ਮੰਦਭਾਗੀ ਗੱਲ ਆ ਵੀ ਇਹੋ ਜਿਹੇ ਸਮੇਂ ਤੇ ਜੇ ਆਪਾਂ ਰਾਜਨੀਤੀ ਕਰਾਂਗੇ ਨਹੀਂ ਕਰਨੀ ਚਾਹੀਦੀ। ਦੂਸਰੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਜੇ ਆਪਾਂ ਪਹਿਲਾਂ ਸੂਬਾ ਸਰਕਾਰ ਦੀ ਗੱਲ ਕਰੀਏ, ਸੂਬਾ ਸਰਕਾਰ ਨੇ ਇੱਕ ਜਿਹੜੇ ਕਹਿੰਦੇ ਹੁੰਦੇ ਇੰਟਰਮ ਰਿਲੀਫ ਹੁੰਦੀ ਹੈ, ਡਿਜ਼ਾਸਟਰ ਮੈਨੇਜਮੈਂਟ ਦੇ ਨਾਲ ਹੀ ਹੁੰਦੀ ਹੈ, ਵੀ ਇੱਕ ਵਾਰੀ ਤੁਰੰਤ ਜਿਹੜੇ ਹੈਗੇ ਜਿਹੜੇ ਅਫੈਕਟਡ ਲੋਕ ਆ ਉਹਨਾਂ ਤੱਕ ਤੁਰੰਤ ਕੁਝ ਪਹੁੰਚਾਇਆ ਜਾਵੇ। ਅੱਜ ਬੜੇ ਕਹਿੰਦੇ ਹੁੰਦੇ ਆ, ਮੈਂ ਬਹੁਤ ਇਹ ਚੀਜ਼ ਐਨਾਲਾਈਜ਼ ਕੀਤੀ ਹੈ ਅਸੀਂ, ਵੀ ਤੁਸੀਂ ਅੱਜ ਕਿਸਾਨ ਨੂੰ ਤਾਂ ਪਾਸੇ ਕਰ ਦਿਓ, ਤੁਸੀਂ ਮਜ਼ਦੂਰ ਦੀ ਹਾਲਾਤ ਵੇਖੋ ਕੀ ਹੈ। ਕਿਸੇ ਵੀ ਮਜ਼ਦੂਰ ਨੂੰ ਅੱਜ ਤੱਕ ਮੋਰ ਦੈਨ 20 ਡੇਜ਼ ਹੋ ਗਏ ਫਲੱਡ ਆਏ ਨੂੰ, 1 ਪੈਨੀ ਤੱਕ ਨਹੀਂ ਉਹਨਾਂ ਦੇ ਅਕਾਊਂਟ 'ਚ ਪਹੁੰਚੀ। ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਸੀਗਾ ਵੀ ਇੱਕ ਵਾਰੀ ਜਿਹੜੀ ਇੰਟਰਮ ਰਿਲੀਫ ਹੁੰਦੀ ਹੈ 5000 10000 ਉਹਨਾਂ ਤੱਕ ਪਹੁੰਚਾ ਦਿੰਦੀ? ਦੂਸਰੀ ਗੱਲ ਜਿਹੜੀ ਗੋਸ਼ਾ ਜੀ ਕਹਿ ਰਹੇ ਆ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਸੂਬੇ ਦੀ ਸਰਕਾਰ ਨੂੰ ਦੇ ਰਹੀ ਹੈ ਤੇ ਅੱਗੇ ਇਹਨਾਂ ਨੇ ਪਾਸ ਆਨ ਕਰਨਾ ਹੈ, ਪਰ ਜਿਵੇਂ ਕਿ DBT ਸਿਸਟਮ ਹੈ, ਜਿਵੇਂ 2000 ਰੁਪਇਆ PM ਕਿਸਾਨ ਥਰੂ ਆ ਰਿਹਾ ਹੈ, ਉਹਦੇ ਨਾਲ ਸਾਡੀ ਲੈਂਡ ਮੈਪਿੰਗ ਹੋਈ ਵੀ ਹੈ, ਸੂਬਾ ਸਰਕਾਰ ਨੂੰ ਵੀ ਪਤਾ ਹੈ ਤੇ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੂੰ ਵੀ ਪਤਾ। ਜਦੋਂ ਸਾਰੇ ਪਿੰਡ ਹੀ ਰੁੜ ਗਏ, ਪਿੰਡਾਂ ਦੀ ਲੈਂਡ ਮੈਪਿੰਗ ਹੋਈ ਹੈ, ਹਰ ਪਿੰਡ ਦਾ ਆਪਾਂ ਨੂੰ ਰਕਬਾ ਪਤਾ ਵੀ ਇਸ ਪਿੰਡ ਦਾ 1000 ਏਕੜ ਹੈ, ਇਸ ਪਿੰਡ ਦਾ 2000 ਏਕੜ ਹੈ। ਤੁਸੀਂ ਇਹ ਕਰੋ ਜਿੰਨਾ ਹੈਗਾ ਉਹਨਾਂ ਦੇ ਹਿਸਾਬ ਤੇ ਇੱਕ ਵਾਰੀ 5-5000 ਰੁਪਇਆ 10-10000 ਰੁਪਇਆ ਏਕੜ ਦਾ ਪਾ ਦਿਓ। ਪਰ ਅੱਜ 20 ਦਿਨਾਂ ਬਾਅਦ ਕੀ ਹੋ ਰਿਹਾ? ਸਿਆਸਤ ਹੋ ਰਹੀ ਹੈ, 212 ਕਰੋੜ ਆ ਗਿਆ, 33 ਦੇਤਾ, 66 ਦੇਤਾ, ਪਰ ਤੁਸੀਂ ਅੱਜ ਕਿਸਾਨ ਤੇ ਮਜ਼ਦੂਰ ਦੀ ਹਾਲਾਤ ਵੇਖੋ। ਕੇਪੀ ਜੀ, ਪਿੰਡਾਂ ਵਿੱਚ ਜਾ ਕੇ ਇੰਨਾ ਇੱਕ ਦੂਜੇ ਨਾਲ ਜਿਹੜੇ ਰਿਸ਼ਤੇਦਾਰੀਆਂ 'ਚ ਬੈਠੇ ਆ ਉਹ ਸਾਂਝ ਹੋ ਚੁੱਕੇ ਆ, ਕਿਸੇ ਦੇ ਮੂੰਹ ਵੱਲ ਵੇਖਣਾ ਪੈਂਦਾ ਜਿਹੜਾ ਪੰਜਾਬੀ ਨਹੀਂ ਵੇਖਦਾ ਸੀਗਾ, ਦਵਾਈ ਬੂਟੀ ਲਈ ਵੇਖਣਾ ਪੈਂਦਾ। ਇਹ ਤਾਂ ਜਿਹੜਾ ਮੈਂ ਕਹਿੰਦਾ ਬੜਾ ਅਸੀਂ ਧੰਨਵਾਦੀ ਆ SGPC ਦੇ
ਖਾਲਸਾ ਏਡ ਦੇ ਜਾਂ ਜਿਹੜੀਆਂ ਹੋਰ ਸੰਸਥਾਵਾਂ ਜਾਂ ਆਪਣੇ ਆਮ ਲੋਕ ਆ ਜਿਹੜੇ ਅੱਗੇ ਆਏ, ਜਿਹੜੇ ਨੀਰਾ ਪੱਠਾ ਦਵਾਈ ਬੂਟੀ ਸਾਰਾ ਕੁਝ ਰਾਸ਼ਨ ਦੇ ਰਹੇ ਆ, ਉਹ ਤਾਂ ਲੋਕਾਂ ਨੇ ਜ਼ਿਆਦਾ ਸਰਕਾਰ ਦਾ ਕੰਮ ਸੀ ਪੈਸੇ ਦੇਣੇ, ਜਿਹੜੇ ਸਰਕਾਰ ਦੀ ਦੇ ਵਿੱਚ ਬਹੁਤ ਜ਼ਿਆਦਾ ਫੇਲ ਹੋਈ ਹੈ, ਸੈਂਟਰ ਦੀ ਵੀ ਤੇ ਸੂਬੇ ਦੀ ਵੀ। ਚਲੋ ਮੈਂ ਇੱਕ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਊਂਗਾ। ਰਮਨੀਤ ਸਿੰਘ ਬਰਾੜ ਕਹਿ ਰਹੇ ਆ ਕਿ ਸਰਕਾਰਾਂ ਨੂੰ ਇਹ ਕੰਮ ਕਰਨਾ ਚਾਹੀਦਾ, ਉਹ ਕੰਮ ਕਰਨਾ ਚਾਹੀਦਾ ਹੈ। ਕਿਸਾਨ ਸੜਕਾਂ ਤੇ ਬੈਠਾ ਹੋਇਆ, ਨੈਸ਼ਨਲ ਹਾਈਵੇ ਜਾਮ ਕਰਨ ਦੀਆਂ ਖਬਰਾਂ ਅਸੀਂ ਚਲਾ ਰਹੇ ਹਾਂ ਤੇ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਸਰਕਾਰਾਂ ਤੋਂ ਪੁੱਛਣੇ ਬਣਦੇ ਆ ਤੇ ਵਾਪਸ ਆ ਕੇ ਪੁੱਛਾਂਗੇ ਜ਼ਰੂਰ। ਕਿਉਂ ਮੰਗੀ ਵੀ ਉਹਨਾਂ ਤੋਂ ਜਦੋਂ ਹੈਗਾ ਸਾਡੇ ਕੋਲ? ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਮੁੱਖ ਮੰਤਰੀ ਭਗਵੰਤ ਮਾਨ ਦੇ ਕੇਂਦਰ ਸਰਕਾਰ ਤੋਂ ਮਾਲੀ ਮਦਦ ਨਾ ਮੰਗਣ ਵਾਲੇ ਤਾਨੇ ਦੇ ਅਸਲ ਮਾਇਨੇ ਕੀ ਆ? ਪੀਰ ਅਹਿਮਦ ਸਾਹਿਬ ਤਕਰੀਬਨ ਸਾਰੀਆਂ ਧਿਰਾਂ ਗਵਰਨਰ ਸਾਹਿਬ ਕੋਲ ਵੀ ਜਾਈਆਂ ਤੇ ਆਪਦੇ ਪੱਧਰ ਤੇ ਵੀ ਸਾਰਿਆਂ ਨੇ ਡਿਮਾਂਡ ਕੀਤੀ ਹੈ ਸੂਬਾ ਸਰਕਾਰ ਮਦਦ ਕਰੇ, ਕੇਂਦਰ ਸਰਕਾਰ ਮਦਦ ਕਰੇ। ਪੀਰ ਅਹਿਮਦ ਸਾਹਿਬ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ, ਮੇਰਾ ਤਾਂ ਉਹ ਅੱਕ ਕੇ ਸਟੇਟਮੈਂਟ ਦਿੱਤੀ ਹੈ ਵੀ ਸਾਨੂੰ ਮੰਗਣਾ ਪੈ ਰਿਹਾ। ਪੀਰ ਅਹਿਮਦ ਸਾਹਿਬ ਦੇਖੋ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਜਿਹੜਾ ਟਕਰਾਅ ਹੈ ਉਹਦੇ ਵਿੱਚ ਪੀਸੀ ਜਾ ਰਹੀ ਹੈ ਪੰਜਾਬ ਦੀ ਜਨਤਾ। ਇੰਨੇ ਮਾੜੇ ਹਾਲਾਤ ਨੇ, ਜਦੋਂ ਤੁਸੀਂ 1500 ਪਿੰਡਾਂ ਦਾ ਗੋਸ਼ਾ ਜੀ ਨੇ ਜ਼ਿਕਰ ਕੀਤਾ ਹੈ, ਇਹ ਮੈਂ ਸਮਝਣਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੜ੍ਹ ਦੀ ਮਾਰ ਦੇ ਵਿੱਚ ਜਿੰਨਾ ਵੀ ਸਤਲੁਜ ਬਿਆਸ ਦੇ ਕੰਢੇ ਦੇ ਉੱਪਰ ਜਿਹੜੇ ਪਿੰਡ ਵਸੇ ਹੋਏ ਨੇ, ਔਰ ਫਿਰ ਜਿੱਥੇ ਜਿੱਥੇ ਵੀ ਇਹਦੀ ਮਾਰ ਗਈ ਹੈ ਇੰਨਾ ਕੁ ਭਿਆਨਕ ਹੈ। ਤੁਸੀਂ ਦੇਖੋ, ਆਪਾਂ ਬਹੁਤ ਹੀ ਦੂਰ ਨਾ ਜਾਈਏ, ਜਿੱਥੇ ਤੁਹਾਡਾ ਸਟੂਡੀਓ ਹੈ ਇਹਦੇ ਆਲੇ ਦੁਆਲੇ ਹੀ ਦੇਖ ਲਓ, ਇੱਥੇ ਜਿੰਨੇ ਵੀ ਪਿੰਡ ਨੇ ਇਹ ਸਾਰਿਆਂ ਤੋਂ ਡਿਵੈਲਪ ਏਰੀਆ ਹੈ। ਔਰ ਬੱਬੀ ਜੀ ਨੂੰ ਵੀ ਪਤਾ ਹੈ ਇਸ ਏਰੀਏ ਦਾ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਇਸ ਏਰੀਏ ਦੇ ਵਿੱਚ ਜੇ ਹਾਲਾਤ ਨੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਲੇ ਦੁਆਲੇ, ਡੇਰਾ ਬੱਸੀ, ਬੀਰਕਪੁਰ, ਤਾਂ ਤੁਸੀਂ ਚੰਡੀਗੜ੍ਹ ਦਾ ਸਾਰਾ ਜਿਹੜੇ ਪਿੰਡ ਨੇ ਜਿਨ੍ਹਾਂ ਨੂੰ ਪਹਿਲਾਂ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ, ਅੱਜ ਜੇ ਇੱਥੇ ਇੰਨੇ ਮਾੜੇ ਹਾਲਾਤ ਨੇ ਤੇ ਪੂਰੇ ਪੰਜਾਬ ਦੇ ਕਿਹੋ ਜਿਹੇ ਹਾਲਾਤ ਹੋਣਗੇ। ਹੁਣ ਤੁਸੀਂ ਦੇਖੋ, ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਕਰੰਟ ਇਸ਼ੂ ਦੇ ਉੱਤੇ ਗੱਲ ਕਰ ਰਹੇ ਹੋ। ਅਕਸਰ ਕੀ ਹੁੰਦਾ ਕਿ ਛੋਟਾ ਮੋਟਾ ਬਿਆਨ ਕੋਈ ਸੀਐਮ ਸਾਹਿਬ ਵੱਲੋਂ ਆ ਜਾਂਦਾ ਜਾਂ ਕਿਸੇ ਹੋਰ ਲੀਡਰ ਵੱਲੋਂ ਆ ਜਾਂਦਾ, ਆਪਾਂ ਉਹਦੇ ਉੱਤੇ ਬਹਿਸ ਰੱਖ ਦਿੰਦੇ ਆ। ਇਹ ਜਿਹੜਾ ਹੜ੍ਹ ਪੀੜਤਾਂ ਦਾ ਮਸਲਾ ਹੈ, ਇਹਨੂੰ ਬਹੁਤ ਗੰਭੀਰਤਾ ਦੇ ਨਾਲ ਤੁਸੀਂ ਹੱਸ ਰਹੇ ਸੀ, ਗੱਲਾਂ ਬਾਤਾਂ ਕਰ ਰਹੇ ਸੀ, ਪਰ ਮੈਂ ਅੱਜ ਹੀ ਆਪਣੇ ਇਲਾਕੇ ਦੇ ਵਿੱਚੋਂ ਆਇਆ ਤੇ ਉੱਥੇ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ, ਹਰੀਕੇ ਹੈਡ ਵਰਕਰਸ ਦੇ ਆਲੇ ਦੁਆਲੇ, ਉੱਥੇ ਜਿਹੜੇ ਹਾਲਾਤ ਨੇ ਉਹ ਉਸ ਤਰ੍ਹਾਂ ਦੇ ਆ ਜਿਵੇਂ 47 ਤੋਂ ਬਾਅਦ ਜਿਹੜਾ ਇੱਕ ਉਜਾੜਾ ਹੋਇਆ ਸੀ। ਲੋਕ ਆਪਣੇ ਪਸ਼ੂ, ਆਪਣੇ ਛੋਟੇ ਛੋਟੇ ਜਿਹੜੇ ਜਵਾਕ ਬਜ਼ੁਰਗ, ਉਹਨਾਂ ਨੂੰ ਲੈ ਕੇ ਉਹ ਬੈਠੇ ਆ, ਤੰਬੂਆਂ ਦੇ ਵਿੱਚ ਬੈਠੇ ਹੋਏ ਆ। ਉਹ ਕਿਸੇ ਨੂੰ ਕੋਈ ਸੀਨ ਨਹੀਂ ਦਿਖਾਇਆ ਜਾ ਰਿਹਾ। ਇਹ ਜਿਹੜੇ ਹਾਲਾਤ ਨੇ, ਇਹਦੇ ਵਿੱਚ ਦੱਸੋ ਨਾ ਪੰਜਾਬ ਸਰਕਾਰ ਨੇ ਤੇ ਨਾ ਕੇਂਦਰ ਸਰਕਾਰ ਨੇ। ਹੁਣ ਇਹਨਾਂ ਦਾ ਸਿਰਫ ਟਵੀਟ ਕਰਨਾ, ਇੱਕ ਦੂਸਰੇ ਉੱਪਰ ਦੂਸ਼ਣਬਾਜ਼ੀ ਕਰਨੀ, ਇੱਥੋਂ ਤੱਕ ਗੱਲ ਸੀਮਤ ਰਹਿ ਗਈ ਹੈ। ਪਰ ਤੁਸੀਂ ਦੇਖੋ, ਜਿਹੜੀਆਂ ਸੰਸਥਾਵਾਂ ਗੱਲ ਕਰ ਰਹੀਆਂ, ਮੈਂ ਕਿਸਾਨ ਆਗੂ ਦਾ ਧੰਨਵਾਦ ਕਰਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦੇ ਬਾਰੇ ਇੱਕ ਪ੍ਰੀ ਪਲਾਨਡ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧੂਆਂਧਾਰ ਬਿਆਨਬਾਜ਼ੀ ਹੋ ਰਹੀ ਸੀ, ਲੇਕਿਨ ਉਸ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਫਰਜ਼ਾਂ ਦੀ ਪੂਰਤੀ ਲਈ ਜਿਹੜੇ ਇੱਕ ਵਧੀਆ ਢੰਗ ਦੇ ਨਾਲ ਦੂਸਰੀਆਂ ਸਿੱਖ ਸੰਸਥਾਵਾਂ ਜਾਂ ਜਿਹੜੇ ਸਾਡੇ ਸਮਾਜ ਸੇਵੀ ਨੇ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਨੇ, ਉਹਨਾਂ ਨੇ ਜਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਹੈ, ਤੇ ਮੈਨੂੰ ਲੱਗਦਾ ਸੀਐਮ ਸਾਹਿਬ ਉਸ ਨੂੰ ਕਰਕੇ ਹੀ ਕਹਿ ਰਹੇ ਨੇ ਕਿ ਸਾਨੂੰ ਭੀਖ ਮੰਗਣ ਦੀ ਲੋੜ ਨਹੀਂ। ਪੀਰ ਅਹਿਮਦ ਸਾਹਿਬ ਜਿਹੜੀ ਗੱਲ ਤੁਸੀਂ ਕਰ ਰਹੇ, ਪੀਰ ਅਹਿਮਦ ਸਾਹਿਬ, ਮੈਂ ਕਿਸੇ ਪਾਰਟੀ ਦੀ ਵਕਾਲਤ ਕਰਨ ਲਈ ਇੱਥੇ ਨਹੀਂ ਬੈਠਦਾਗਾ, ਪਰ ਜਿਹੜੇ ਪੰਜਾਬੀਆਂ ਨੇ, ਜਿਹੜੀਆਂ ਸੰਸਥਾਵਾਂ ਨੇ ਇੱਕ ਦੂਜੇ ਦੀ ਬਾਂਹ ਫੜੀ ਹੈ, ਮਦਦ ਕੀਤੀ ਹੈ, ਸਾਡਾ ਮੰਚ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਅਸੀਂ ਪੰਜਾਬੀ ਹੋਣ ਤੇ ਫਖਰ ਮਹਿਸੂਸ ਕਰਦੇ ਤੇ ਰਿਣੀ ਹਾਂ ਅਸੀਂ ਕਿ ਇਸ ਕੌਮ ਨੂੰ ਆਪੇ ਮਦਦ ਕਰਨ ਦੀ, ਆਪੇ ਬਾਂਹ ਫੜਨ ਦੀ ਆਦਤ ਹੈ, ਗੁਰੂ ਸਾਹਿਬਾਨਾਂ ਨੇ ਪਾਈ ਹੋਈ ਹੈ। ਪੀਰ ਅਹਿਮਦ ਸਾਹਿਬ ਆਪਣੀ ਗੱਲ ਸਰ 30 ਸੈਕਿੰਡ ਪੂਰੀ ਕਰੋ ਪਲੀਜ਼। ਮੈਂ ਇਹ ਗੱਲ ਕਹਿ ਰਿਹਾ ਕਿ ਇੱਥੇ ਕਿਸੇ ਧਿਰ ਦੀ ਜਾਂ ਕਿਸੇ ਦੀ ਵਕਾਲਤ ਨਹੀਂ ਕੀਤੀ ਜਾ ਰਹੀ। ਇੱਥੇ ਗੱਲ ਕੀ ਹੋ ਰਹੀ ਹੈ ਕਿ ਸਾਡੇ ਅਜੇ ਤਾਂ ਸ਼ੁਰੂ ਹੋਏ, ਜਿਵੇਂ ਕਹਿੰਦੇ ਨੇ ਕਿ ਪੈਨਸਲੀਨ ਦਾ ਟੀਕਾ, ਕੁਦਰਤ ਨੇ ਇੱਕ ਪੈਨਸਲੀਨ ਦਾ ਟੀਕਾ ਲਾਇਆ ਤੇ ਆਪਣੇ ਹਾਲਾਤ ਕੀ ਬਣ ਗਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ, ਕੋਈ ਸਾਡੇ ਕੋਲ ਪ੍ਰਬੰਧ ਨਹੀਂ ਕੀਤਾ ਗਿਆ। ਤੁਸੀਂ ਦੇਖੋ, ਜਿਹੜੇ ਬੰਨ ਟੁੱਟੇ ਨੇ ਜਾਂ ਜਿੱਥੇ ਜਿੱਥੇ ਪਾਣੀ ਦੀ ਮਾਰ ਆਈ ਏ, ਉੱਥੇ ਲੋਕਾਂ ਨੇ ਆਪਣੇ ਪੱਧਰ ਦੇ ਉੱਤੇ ਬੋਰੀਆਂ ਲਾ ਕੇ ਜਾਂ ਹੋਰ ਮਿੱਟੀ ਇਕੱਠੀ ਕਰਕੇ ਜੋ ਆਪਣੇ ਆਪ ਦਾ ਬਚਾਅ ਕੀਤਾ, ਕਿ ਉਸ ਬਚਾਅ ਦੇ ਨਾਲ ਆਉਣ ਵਾਲੇ ਦਿਨ ਜਿਹੜਾ ਅਗਸਤ, ਸਤੰਬਰ ਤੇ ਅਕਤੂਬਰ, ਇਹਨਾਂ ਪਿਛਲੇ ਹੜ੍ਹਾਂ ਦਾ ਤੁਸੀਂ ਅੰਦਾਜ਼ਾ ਲਾ ਕੇ ਦੇਖੋਗੇ, ਪਿਛਲੇ 30-35 ਸਾਲਾਂ ਤੋਂ ਜਦੋਂ ਹੜ੍ਹ ਆਉਂਦੇ ਰਹੇ ਆ, 88 ਚ ਹੜ੍ਹ ਆਏ ਜਾਂ ਉਸ ਤੋਂ ਪਹਿਲਾਂ ਆਏ, ਤਾਂ ਉਸ ਵੇਲੇ ਇਹ ਜਿਹੜਾ ਇਹ ਮਹੀਨੇ ਹੁੰਦੇ ਸੀ ਸਤੰਬਰ, ਅਕਤੂਬਰ,
ਇਹਨਾਂ ਦਿਨਾਂ ਦੇ ਵਿੱਚ ਵੀ ਹੜ੍ਹ ਆ ਜਾਂਦੇ ਆ। ਠੀਕ ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਆਪਸੀ ਤਾਲਮੇਲ ਜਿਹੜਾ ਉਹ ਬੜਾ ਜ਼ਰੂਰੀ ਹੈ। ਠੀਕ ਹੈ ਵੀਰ ਸਾਹਿਬ, ਤੁਹਾਡੇ 2 ਪੁਆਇੰਟ ਲੈ ਲਏ ਪੀਰਮ ਸਾਹਿਬ। ਇੱਕ ਤੁਸੀਂ ਤਾਲਮੇਲ ਦੀ ਗੱਲ ਕਰ ਰਹੇ ਹੋ, ਇੱਕ ਤੁਸੀਂ ਫਿਊਚਰ ਦੇ ਜਿਹੜੇ ਪ੍ਰਬੰਧ ਹੈ ਉਹਦੀ ਗੱਲ ਕਰ ਰਹੇ ਹੋ ਸਰ। ਮੈਂ ਦੋਨੋਂ ਪੁਆਇੰਟ ਤੁਹਾਡੇ ਲਾਉਂਗਾ ਸਰ। ਸੁਖਬੀਰ ਸਲਾਰਪੁਰ, ਤੁਸੀਂ ਮੁੱਖ ਵਿਰੋਧੀ ਧਿਰ ਹੋ ਸੁਖਬੀਰ ਸਲਾਰਪੁਰ, ਜੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਵਿਚਾਲੇ ਤਾਲਮੇਲ ਨਹੀਂ ਹੈਗਾ ਤੇ ਸੁਖਬੀਰ ਸਲਾਰਪੁਰ ਤੁਸੀਂ ਮਦਦ ਕਰ ਲਓ, ਤੁਸੀਂ ਚੱਲ ਜਾਓ, ਤੁਸੀਂ ਗੱਲ ਕਰ ਲਓ, ਇਹ ਕੜੀ ਤਾਂ ਬਣੋ ਨਾ ਸਰ। ਇਹਦੇ ਵਿੱਚ ਪੰਜਾਬੀ ਪਿਸਦੇ ਪਏ ਸੁਖਬੀਰ ਸਲਾਰਪੁਰ। ਕੇਪੀ ਸਿੰਘ ਜੀ 10 ਜੁਲਾਈ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਕੇਂਦਰ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦੇ ਵਿੱਚ 1000 ਕਰੋੜ ਰੁਪਇਆ ਪੀੜਤਾਂ ਦੇ ਪੰਜਾਬ ਦੇ ਲਈ ਮੰਗਿਆ ਗਿਆ ਸੀ। ਜਿਹੜੀ ਗੱਲ ਤੁਸੀਂ ਭਗਵੰਤ ਮਾਨ ਜੀ ਦੀ ਅੱਜ ਸਟੇਟਮੈਂਟ ਸੁਣਾ ਰਹੇ ਹੋ, ਮੈਨੂੰ ਦੁੱਖ ਹੋ ਰਿਹਾ। ਦੇਖੋ ਕੇਪੀ ਸਿੰਘ ਜੀ, ਰਾਜਾ ਸਿਆਣਾ ਉਹ ਹੁੰਦਾ ਜਿਹੜਾ ਆਪਣੀ ਪ੍ਰਜਾ ਨੂੰ ਆਪਣੀ ਲਿਆਕਤ ਦੇ ਨਾਲ, ਤਹਿਜੀਬ ਦੇ ਨਾਲ, ਔਰ ਚਾਹੇ ਦਲੀਲ ਪੇਸ਼ ਕਰੇ ਚਾਹੇ ਅਪੀਲ ਪੇਸ਼ ਕਰੇ, ਸੰਕਟ ਦੇ ਵਿੱਚੋਂ ਆਪਣੀ ਪ੍ਰਜਾ ਨੂੰ ਕੱਢ ਕੇ ਬਾਹਰ ਲੈ ਆਵੇ। ਹੰਕਾਰ ਕੱਲਾ ਕਰੇ ਕਿ ਪੰਜਾਬੀ ਭਿਖਾਰੀ ਨਹੀਂ, ਕਿ ਪੰਜਾਬੀਆਂ ਨੇ ਆਪਣਾ ਹੱਕ ਲੈਣਾ। ਮੈਂ ਭਗਵੰਤ ਮਾਨ ਜੀ ਤੋਂ ਪੁੱਛਣਾ ਚਾਹੁੰਦਾ ਕਿ NSA ਤੁਸੀਂ ਦਿੱਲੀ ਦੇ ਕਹਿਣ ਤੇ ਨਹੀਂ ਪੰਜਾਬ ਦੇ ਨੌਜਵਾਨਾਂ ਦੇ ਲਾਈ ਸੀ? ਤੁਸੀਂ ਕਿਆ ਗੱਲਾਂ ਕਰਦੇ ਹੋ? ਲੋਕਾਂ ਨੂੰ ਐਵੇਂ ਹੀ ਝੂਠੀ ਜਿਹੜੀ ਇੱਕ ਸ਼ੋਹਰਤ ਹਾਸਲ ਕਰਨ ਦੇ ਲਈ ਆਪਣੇ ਆਪ ਨੂੰ ਪੰਜਾਬੀ, ਬੜੇ ਸਟਰੋਂਗ ਪੰਜਾਬੀ ਦੱਸਦੇ ਹੋ। ਪੰਜਾਬੀ ਖੂਨ ਦੀ ਮੈਂ ਇਸ ਗੱਲ ਦੀ ਜਿਹੜੀ ਆ ਸਿਫਤ ਕਰਦਾ ਕਿ ਪੰਜਾਬ ਇੱਕ ਗੈਰਤਮੰਦ, ਪੰਜਾਬੀ ਗੈਰਤਮੰਦ ਲੋਕ ਨੇ। ਪਰ ਜੋ ਭਗਵੰਤ ਮਾਨ ਜੀ ਅੱਜ ਸੰਕਟ ਦੇ ਸਮੇਂ ਜਿਹੜੀ ਇੱਕ ਝੂਠੀ ਬਿਆਨਬਾਜ਼ੀ ਕਰ ਰਹੇ ਨੇ, ਕੋਈ ਜਿਹੜੀ ਜਿਹਦੇ ਵਿੱਚ ਕੋਈ ਦਲੀਲ ਨਹੀਂ ਹੈ, ਜਿਹਦੇ ਵਿੱਚ ਕੋਈ ਅਪੀਲ ਨਹੀਂ ਹੈ। ਤੁਹਾਡੀ ਡਿਊਟੀ ਬਣਦੀ ਹੈ ਮੁੱਖ ਮੰਤਰੀ ਦੀ, ਜਿਵੇਂ ਮਰਜ਼ੀ ਕੇਂਦਰ ਤੋਂ ਲੈ ਕੇ ਆਵੇ, ਸਿਆਣਪ ਨਾਲ ਲੈ ਕੇ ਆਵੇ, ਲਿਆਕਤ ਨਾਲ ਲੈ ਕੇ ਆਵੇ, ਤਹਿਜੀਬ ਨਾਲ ਲੈ ਕੇ ਆਵੇ। ਇਹ ਕੀ ਗੱਲ ਹੋਈ ਵੀ? ਤੁਸੀਂ ਸੁਖਬੀਰ ਸਲਾਰਪੁਰ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਸੁਖਬੀਰ ਸਲਾਰਪੁਰ ਕਿ ਮੁੱਖ ਮੰਤਰੀ ਦੀ ਅੜੀ ਕਰਕੇ ਕੇਂਦਰ ਮਦਦ ਨਹੀਂ ਕਰ ਰਿਹਾ, ਕੇਂਦਰ ਤਾਂ ਤਿਆਰ ਬੈਠਾ ਹੋਇਆ ਹੈ ਤੇ ਕੇਂਦਰ ਦਾ ਕੋਈ ਕਸੂਰ ਨਹੀਂ। ਜੇ ਕੇਂਦਰ ਨੇ 218 ਕਰੋੜ ਦੇਤੇ ਉਸ ਤੋਂ ਬਾਅਦ ਨਹੀਂ ਦਿੱਤੇ, ਕੇਂਦਰ ਦਾ ਕੋਈ ਕਸੂਰ ਨਹੀਂ। ਸੁਖਬੀਰ ਸਲਾਰਪੁਰ, ਦੇਖੋ ਜਿਹੜਾ 20 ਤੋਂ 25000 ਕਰੋੜ ਦਾ ਨੁਕਸਾਨ ਹੋਇਆ, 5 ਲੱਖ ਏਕੜ ਜਿਹੜੀ ਜ਼ਮੀਨ ਹੈ ਜਿਹੜੀ ਉਪਜਾਊ ਜਿਹਦੇ ਵਿੱਚ ਝੋਨਾ ਬੀਜਿਆ ਹੋਇਆ ਸੀ ਉਹ ਬੁਰੀ ਤਰ੍ਹਾਂ ਤਬਾਹ ਹੋ ਗਿਆ, ਘਰ ਤਹਿਸ ਨਹਿਸ ਹੋ ਗਿਆ, ਪਸ਼ੂ ਮਰ ਗਏ। ਸੁਖਬੀਰ ਸਲਾਰਪੁਰ, ਮੈਂ ਤੁਹਾਡੇ ਤੋਂ ਇੱਕ ਚੀਜ਼ ਜਾਨਣਾ ਚਾਹ ਰਿਹਾ ਸੁਖਬੀਰ ਸਲਾਰਪੁਰ। ਤੁਸੀਂ ਦੇਖੋ, ਤੁਸੀਂ ਇੱਕ ਮਿੰਟ ਸਰ ਸੁਣ ਤਾਂ ਲਓ ਨਾ ਸੁਖਬੀਰ ਜੀ, ਸੁਣ ਲਓ ਸਰ। ਤੁਸੀਂ ਕਹਿ ਰਹੇ ਹੋ ਭਗਵੰਤ ਮਾਨ ਜਾਣਬੁੱਝ ਕੇ ਸਟੇਟਮੈਂਟ ਦੇ ਰਹੇ ਆ, ਮੈਂ ਤੁਹਾਡੀ ਗੱਲ ਮੰਨ ਲਈ ਸਰ। ਕੇਂਦਰ ਸਰਕਾਰ ਜਾਣਬੁੱਝ ਕੇ ਨਹੀਂ ਪੈਸੇ ਦੇ ਰਹੀ ਜਾਂ ਕੇਂਦਰ ਸਰਕਾਰ ਵੀ ਅੜੀ ਕਰੀ ਬੈਠੀ ਸਰ? ਸੁਖਬੀਰ ਜੀ, ਮੈਂ ਕਹਿੰਦਾ ਕਿ ਪੰਜਾਬ ਦੇ ਲਈ ਕੇਂਦਰ ਸਰਕਾਰ ਸੰਜੀਦਾ ਨਹੀਂ ਹੈ। ਜੇ ਪੰਜਾਬ ਦੇ ਲਈ ਕੇਂਦਰ ਸਰਕਾਰ ਸੰਜੀਦਾ ਹੁੰਦੀ ਤੇ ਪੰਜਾਬ ਦੇ ਕਿਸਾਨਾਂ ਨੂੰ 1.5-2 ਸਾਲ ਸੜਕਾਂ ਤੇ ਨਾ ਬੈਠਣਾ ਪੈਂਦਾ। ਉਹਨਾਂ ਨੇ ਪਰ ਸੰਜੀਦਾ ਹੈ ਕੌਣ ਹੈ ਸਰ? ਸੁਖਬੀਰ ਸਲਾਰਪੁਰ, ਸੰਜੀਦਾ ਹੈ ਕੌਣ ਹੈ? ਨਾ ਸਟੇਟ ਗਵਰਨਮੈਂਟ ਸੰਜੀਦਾ ਤੁਹਾਡੇ ਹਿਸਾਬ ਨਾਲ, ਨਾ ਸੈਂਟਰ ਗਵਰਨਮੈਂਟ ਹੈ। ਕੌਣ ਸੰਜੀਦਾ ਫਿਰ? ਸੰਜੀਦਾ ਜਿਹੜੀਆਂ ਲੋਕ ਜਥੇਬੰਦੀਆਂ ਹੈਗੀਆਂ, ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਬਾਹ ਫੜੀ ਆ, ਜਿਨ੍ਹਾਂ ਨੇ ਪੀੜਤ ਲੋਕਾਂ ਦੇ ਨਾਲ ਬੜਾ ਸਾਥ ਨਿਭਾਇਆ, ਸੰਸਥਾਵਾਂ ਨੇ, ਆਰਗੇਨਾਈਜੇਸ਼ਨ ਨੇ ਪੰਜਾਬ ਦੀਆਂ ਜਿਹੜੀਆਂ ਲੋਕ, ਔਰ SGPC ਦੀ ਵੀ ਮੈਂ ਇਸ ਗੱਲ ਤੇ ਸ਼ਲਾਘਾ ਕਰਦਾ ਕਿ ਜੇ ਇਸ SGPC ਤੋਂ ਖਤਮ ਕਰਨ ਦੀ ਭਗਵੰਤ ਮਾਨ ਜੀ ਗੱਲ ਕਰਦੇ ਸੀ, ਉਹਨਾਂ ਦਾ ਗੁਰਦੁਆਰਿਆਂ ਦੇ ਵਿੱਚੋਂ ਜਿਹੜਾ ਰਾਸ਼ਨ ਬਣ ਕੇ ਪੈਕ ਹੋ ਕੇ ਜਾਂਦਾ ਰਿਹਾ, ਔਰ ਜਿਹੜਾ ਲੋਕਾਂ ਨੂੰ ਜੋ ਉਹਨਾਂ ਨੇ ਸਹਾਇਤਾ ਪ੍ਰੋਵਾਈਡ ਕੀਤੀ। ਮੈਂ ਇੱਥੇ ਇਹ ਵੀ ਗੱਲ ਤੁਹਾਨੂੰ KP ਸਿੰਘ ਜੀ ਦੱਸਣਾ ਚਾਹੁੰਦਾ ਕਿ ਕੁਦਰਤੀ ਆਫਤ ਦੱਸਣਾ ਐਲਾਨ ਕਰਨ ਤੋਂ ਪਹਿਲਾਂ ਕਿੱਥੇ ਗਿਆ ਸੀ ਇਹਨਾਂ ਦਾ ਮੌਸਮ ਵਿਭਾਗ? ਨਾ ਕੇਂਦਰ ਨੇ ਇਸ ਬਾਰੇ ਜਾਣਕਾਰੀ ਦਿੱਤੀ, ਨਾ ਪੰਜਾਬ ਸਰਕਾਰ ਨੇ ਇਹਦੇ ਵਿੱਚ ਫੇਲ ਰਹੀ ਬੁਰੀ ਤਰ੍ਹਾਂ। ਔਰ ਦੂਜੀ ਗੱਲ ਸਿੰਘ ਜੀ, ਜਦੋਂ ਪੰਜਾਬ ਦੇ ਵਿੱਚ ਹੜ੍ਹ ਤੋਂ ਪਹਿਲਾਂ ਜਿਹੜੀਆਂ ਨਾਲਿਆਂ ਦੀ ਸਫਾਈ ਹੋਣੀ ਸੀ, ਨਹਿਰਾਂ ਦੀ ਸਫਾਈ ਹੋਣੀ ਸੀ, ਇਹ ਕੇਜਰੀਵਾਲ ਦੇ ਪਾਇਲਟ ਬਣ ਕੇ ਦੂਸਰੇ ਸੂਬਿਆਂ ਦੇ ਵਿੱਚ ਪੰਜਾਬ ਦਾ ਜਹਾਜ਼ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਤੇਲ ਫੂਕ ਕੇ ਪੰਜਾਬ ਦੇ ਖਰਚੇ ਤੇ ਦੂਜੇ ਦੇਸ਼ਾਂ ਦੇ ਵਿੱਚ ਸੈਰ ਕਰਦੇ ਰਹੇ। ਮੈਂ ਹੈਰਾਨ ਹਾਂ ਉਹ ਜਿਹੇ ਮੁੱਖ ਮੰਤਰੀ ਤੇ ਕਿ ਜਿਹੜੇ ਪੰਜਾਬ ਦੇ ਲਈ ਸੰਜੀਦਾ ਹੀ ਨਹੀਂ, ਸਿਰਫ ਗੱਲਾਂ ਹੀ ਕਰੀ ਜਾ ਰਹੇ ਨੇ। ਚਲੋ ਇੱਕ ਮਿੰਟ ਰੁਕ ਜਾਓ ਹੁਣ। ਹਾਂ ਰਮਨੀਤ ਬਰਾੜ, ਕੀ ਕਹਿਣਾ ਚਾਹ ਰਹੇ ਹੋ? ਬੋਲੋ। ਮੈਂ ਆ ਰਿਹਾ ਬਾਬੀ ਬਾਦਲ ਜੀ। KP ਜੀ, ਮੇਰਾ ਤਾਂ ਇੱਕ ਹੀ ਸਵਾਲ ਹੈ ਵੀ ਤੁਸੀਂ ਅੱਜ 20 ਦਿਨ ਲੰਘ ਚੁੱਕੇ ਤੇ ਕਿਸਾਨ ਨੂੰ ਕਦੋਂ ਕੁਝ ਮਿਲੂਗਾ ਵੀ ਤਾਂ ਕਿ ਉਹ ਆਪਦੇ ਦਵਾਈ ਬੂਟੀ ਦਾ ਲੈ ਲੇ, ਆਪਦੇ ਬੱਚਿਆਂ ਨੂੰ ਕੁਝ ਮਾੜਾ ਮੋਟਾ ਰੋਟੀ ਪਾਣੀ ਦਾ ਬੰਦੋਬਸਤ ਤਾਂ ਕਰ ਲੇ? ਕੀ ਅੱਜ 25 ਦਿਨਾਂ ਬਾਅਦ ਵੀ ਨਹੀਂ ਆਪਾਂ ਉਹਨੂੰ 10,000 ਰੁਪਇਆ ਵੀ ਨਹੀਂ ਦੇ ਸਕਦੇ? ਇੱਕ ਵਾਰੀ ਜਿਹੜੀ ਕੁਝ ਤਾਂ ਦਿਓ ਨਾ ਯਾਰ, ਕਿਸਾਨ ਮਜ਼ਦੂਰ ਉਹ ਜਾਵੇ ਕਿੱਥੇ? ਠੀਕ ਹੈ। ਮੈਂ ਇੱਕ ਛੋਟਾ ਬ੍ਰੇਕ ਲੈ ਕੇ ਤੁਹਾਡਾ ਸਵਾਲ ਲਵਾਂਗਾ ਰਮਨੀਤ ਬਰਾੜ। ਬੜਾ ਇੰਪੋਰਟੈਂਟ ਸਵਾਲ ਹੈ। ਫੌਰੀ ਰਾਹਤ ਦੀ ਲੋੜ ਹੈ ਕੀ ਹੈ? ਉਸ ਅੰਨਦਾਤਾ ਨੂੰ ਜਿਹੜਾ ਤੁਹਾਡਾ ਸਾਡਾ ਢਿੱਡ ਭਰਦਾ ਹੈਗਾ, ਤੇ ਉਸ ਮਜ਼ਦੂਰ ਨੂੰ ਜਿਹੜਾ ਖੇਤਾਂ ਦੇ ਵਿੱਚ ਲਗਾਤਾਰ ਲੱਗਿਆ ਰਹਿੰਦਾ। ਹੁਣ ਖੇਤਾਂ ਵਿੱਚ ਪਾਣੀ ਹੈ ਤੇ ਪਾਣੀ ਨੇ ਇਹੋ ਜਿਹੀ ਤਬਾਹੀ ਮਚਾਈ ਹੋਈ ਹੈ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ। ਸਾਡੀ ਸੋਚ ਤੋਂ ਪਰੇ ਹੈ ਕਿਉਂਕਿ ਅਸੀਂ ਉੱਥੋਂ ਤੱਕ ਸੋਚਦੇ ਨਹੀਂ ਪਏ। ਵਾਪਸ ਆ ਗਿਆ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਮੁੱਖ ਮੰਤਰੀ ਭਗਵੰਤ ਮਾਨ ਦੇ ਕੇਂਦਰ ਸਰਕਾਰ ਤੋਂ ਮਾਲੀ ਮਦਦ ਨਾ ਮੰਗਣ ਵਾਲੇ ਤਾਨੇ ਦੇ ਅਸਲ ਮਾਇਨੇ ਕੀ ਹੈ? ਗੋਸ਼ਾ ਜੀ, ਪੀਰ ਅਹਿਮਦ ਸਾਹਿਬ ਨੇ ਇੱਕ ਸਵਾਲ ਚੁੱਕਿਆ ਹੈ ਕਿ ਕੇਂਦਰ ਤੇ ਸੂਬੇ ਵਿੱਚ ਆਪਸ 'ਚ ਤਾਲਮੇਲ ਨਹੀਂ ਹੈਗਾ, ਅਗਾਂਹ ਵੀ ਸਾਡੇ ਅੱਗੇ ਖਤਰੇ ਪਏ ਆ, ਅਸੀਂ ਉਹਦੇ ਲਈ ਕੋਈ ਬੰਦੋਬਸਤ ਨਹੀਂ ਕਰ ਪਾ ਰਹੇ। ਗੋਸ਼ਾ ਜੀ ਅੜੀ ਛੱਡਣੀ ਪਊਗੀ, ਚਾਹੇ ਤੁਸੀਂ ਛੱਡ ਲਓ ਚਾਹੇ ਉਹ ਛੱਡ ਲੈਣ ਸਰ, ਕਿਸੇ ਨੂੰ ਛੱਡਣੀ ਪੈਣੀ ਨਾ ਅੜੀ, ਜਾਂ ਗੋਡੇ ਕੋਈ ਹੋਰ ਟੇਕੂਗਾ ਸਰ? ਕੇਪੀ ਸਾਹਿਬ ਸਾਡੀ ਕੋਈ ਅੜੀ ਨਹੀਂ, ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ, ਨੈਰੇਟਿਵ ਇਸ ਕਰਕੇ ਸੈੱਟ ਕੀਤਾ ਜਾ ਰਿਹਾ ਇਹਨਾਂ ਨੂੰ ਇਲੈਕਸ਼ਨ ਦਿਖ ਰਹੀ ਹੈ। ਪੀਰ ਮੁਹੰਮਦ ਸਾਹਿਬ ਨੂੰ ਪੁੱਛਣਾ ਮੈਂ ਚਾਹਨਾ, ਪੀਰ ਮੁਹੰਮਦ ਸਾਹਿਬ ਨੂੰ ਵੀ ਤਾਂ ਪਾਰਟੀ ਦੇ ਵਿੱਚ ਰਹੇ ਆ, ਇਕੱਠੇ ਰਹੇ ਆ, ਕਿੰਨਾ ਕੋਈ ਅੜੀ ਰਹੀ ਹੈ। ਅਸੀਂ ਤਾਂ ਅੱਗੇ ਵੀ ਕੰਮ ਕੀਤੇ, ਜਦੋਂ 218 ਕਰੋੜ ਤੇ 15 ਲੱਖ ਰੁਪਏ ਭੇਜਿਆ ਉਦੋਂ ਕੋਈ ਅੜੀ ਕਰਕੇ ਭੇਜਿਆ ਸੀਗਾ? ਭਗਵੰਤ ਮਾਨ ਜੀ ਇਸ ਟਾਈਮ ਨੈਰੇਟਿਵ ਸੈੱਟ ਕਰਨ 'ਚ ਲੱਗੇ ਹੋਏ ਆ। ਸਿਰਫ ਮੈਂ ਕਹਿ ਰਿਹਾ 24 ਦੀ ਇਲੈਕਸ਼ਨ ਦਿਖ ਰਹੀ ਹੈ, ਇਹ 2 ਵਾਰੀ ਇਹਨਾਂ ਨੇ ਮੀਟਿੰਗਾਂ ਕੀਤੀਆਂ ਜਿਹੜੀਆਂ ਇਹਨਾਂ ਨੇ ਉਹ ਨਕਲੀ ਇੰਡੀਆ ਬਣਾਇਆ, ਕਿ ਉੱਥੇ ਚਰਚਾ ਹੋਈ ਵੀ ਦੇਸ਼ ਦੇ ਵਿੱਚ ਕਿੰਨੀ ਜਗ੍ਹਾ ਤੇ ਹੜ੍ਹ ਆ ਰਹੇ ਤੇ ਉਹਦਾ ਆਪਦਾ ਤੇ ਕਰਨਾ ਕੀ ਹੈ। ਸਿਰਫ ਬਿਆਨਬਾਜ਼ੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਕੇਂਦਰ ਸਰਕਾਰ ਸਾਰਿਆਂ ਵਾਸਤੇ ਚਿੰਤਿਤ ਹੈ ਤੇ ਉਹ ਜਿਹੜੀਆਂ ਸਟੇਟਾਂ 'ਚ ਵੀ ਹੜ੍ਹ ਆਇਆ ਉਹ ਸਾਰੀ ਸਟੇਟਾਂ ਨੂੰ ਫੰਡ ਭੇਜਿਆ, ਇਕੱਲੀ ਇੱਕ ਸਟੇਟ ਨੂੰ ਨਹੀਂ ਭੇਜਿਆ। ਸਾਡਾ ਫਰਜ਼ ਬਣਦਾ ਹੈ, ਸਾਰੇ ਠੀਕ ਹੈ, ਪੰਜਾਬੀਆਂ ਦੇ ਇੱਕ ਬਲੱਡ ਦੇ ਵਿੱਚ ਹੈਗਾ ਸੇਵਾ ਕਰਨਾ, ਪਰ ਆ ਵੀ ਚੀਜ਼ਾਂ ਕੱਢਣੀਆਂ ਬਣੀਆਂ ਜਿਹੜਾ ਨੈਰੇਟਿਵ ਸੱਟ ਕੀਤਾ ਜਾਂਦਾ ਬਾਰ-ਬਾਰ। ਗੋਸ਼ਾ ਜੀ ਚਲੋ ਤੁਸੀਂ ਇਹਨੂੰ ਨੈਰੇਟਿਵ ਕਹਿ ਦਿਓ ਗੋਸ਼ਾ ਜੀ। ਗੋਸ਼ਾ ਜੀ ਪਰ ਤੁਹਾਡੇ ਮੈਂ ਆ ਰਿਹਾ ਬੱਬੀ ਬਾਦਲ, ਤੁਹਾਡੇ ਲੀਡਰ ਹੈ ਜਿਹੜੇ ਉਹ ਖੁਦ ਗਵਰਨਰ ਸਾਹਿਬ ਕੋਲ ਜਾ ਕੇ ਆਏ ਆ, ਤੁਹਾਡੇ ਲੀਡਰ ਹੈ ਉਹਨਾਂ ਨੇ ਚਿੱਠੀਆਂ ਤੱਕ ਲਿਖੀਆਂ ਸਰ, ਹਾਲਾਂਕਿ ਪ੍ਰਨੀਤ ਕੌਰ ਹਰੀ ਪਰਮਾਨੈਂਟ ਨਹੀਂ ਤੁਹਾਡੇ 'ਚ ਆਗੇ ਕਿ ਬੀਜੇਪੀ 'ਚ ਨਹੀਂ ਸਰ ਜੀ? ਗੋਸ਼ਾ ਜੀ ਕੇਪੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ, ਉਹਨਾਂ ਨੇ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ। ਗੋਸ਼ਾ ਜੀ ਮੈਂ ਸਵਾਲ ਇਸ ਕਰਕੇ ਕਰਦਾ ਪਿਆ ਨਾ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪਦੀਆਂ ਦੀ ਥਾਂ ਤੇ ਉਹ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਉਹ ਲੋਕਾਂ ਵਿੱਚ ਦਿਖੇ ਸਰ ਗੋਸ਼ਾ ਜੀ, ਪਰ ਜ਼ਮੀਨ ਤੇ ਸਰ ਕੁਝ ਨਹੀਂ ਦਿਖਦਾ ਪਿਆ ਸਰ। ਸਾਰੇ ਬੀਜੇਪੀ ਵਾਲੇ ਲੱਗੇ ਹੋਏ ਆ, ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ, ਸਾਰੇ ਤੁਹਾਨੂੰ ਵੀ ਪਤਾ ਵੀਡੀਓ, ਮੈਂ ਵੀ ਆਪ ਵੀ ਜਾ ਕੇ ਆਇਆ, ਮੈਂ ਖੁਦ ਜੇ ਬੈਠਾ ਚੈਨਲ ਤੇ ਮੈਂ ਵੀ ਜਾ ਕੇ ਆਣਾ ਹਰ ਜਗ੍ਹਾ ਤੇ। ਮੈਨੂੰ ਪਤਾ ਤੁਹਾਡੀਆਂ ਪੋਸਟਾਂ ਮੈਂ ਦੇਖਦਾ ਗੋਸ਼ਾ ਜੀ, ਸਾਡਾ ਫਰਜ਼ ਹੈ। ਮੇਰੀ ਹੁਣ ਗੱਲ ਸੁਣ ਲਓ ਕੇਪੀ ਸਾਹਿਬ, ਗੱਲ ਸੁਣ ਦੇਖੋ, ਅੱਜ ਭਗਵੰਤ ਮਾਨ ਜੀ ਨੇ ਕੀ ਕਿਹਾ, ਸਾਡੇ ਕੋਲ ਫੰਡ ਬਹੁਤ ਪਿਆ, ਡਿਜ਼ਾਸਟਰ ਫੰਡ ਪਿਆ, ਕੀ ਕਿਸੇ ਨੂੰ ਦੇਤਾ? ਅੱਜ ਜੇ ਕਿਸਾਨ ਖਰਾਬ ਹੋ ਰਿਹਾ, ਜਾਂ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ, ਜਾਂ ਕਿਸੇ ਦੇ ਕੱਚੇ ਘਰ ਚਲੇ ਗਏ, ਜਾਂ ਮਜ਼ਦੂਰਾਂ ਦਾ ਕੰਮ ਖਰਾਬ ਹੋਇਆ, ਜਾਂ ਵਪਾਰੀ ਦਾ ਕੰਮ ਖਰਾਬ ਹੋਇਆ, ਇਹ ਤਾਂ ਕਹਿੰਦੇ ਸੀ ਗਦਾਵਰੀ ਕਰਨ ਦੀ ਲੋੜ ਨਹੀਂ, ਕਿ ਭੇਜ ਤੇ ਕਿਸੇ ਨੂੰ ਪੈਸੇ ਬਗੈਰ ਗਦਾਵਰੀ ਤੋਂ। ਹੁਣ ਕਹਿ ਰਹੇ ਜਾਂਚ ਹੋ ਰਹੀ ਹੈ। ਫਿਰ ਆਪਾਂ ਉਹ ਜੋ ਬਿਆਨ ਸੀ, ਇੱਕ ਸੀਐਮ ਪਦ ਤੇ ਬੈਠੇ ਆ, ਪਾਰਟੀ ਦੇ ਕੋਈ ਅਹੁਦੇਦਾਰ ਨਹੀਂ ਬੈਠੇ ਹੋਏ, ਸੀਐਮ ਹੈ, ਪੰਜਾਬ ਦੇ ਸੀਐਮ ਹੈ, ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਤੇ। ਹੁਣ ਜਵਾਬ ਦੇਈ ਤਾਂ ਬਣਦੀ ਬੱਬੀ ਬਾਦਲ ਜੀ ਦੀ, ਜਵਾਬ ਦੇਣ, ਕਿਉਂਕਿ ਉਹ ਸਰਕਾਰ ਦੀ ਨੁਮਾਇੰਦਗੀ ਕਰ ਰਿਹਾ। ਬੱਬੀ ਬਾਦਲ ਜੀ ਅੱਜ ਵੀ ਆਪਾਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਾਂਗੇ, ਇਹ ਤਾਂ ਪਤਾ ਲੱਗੂਗਾ ਨਾ ਨੈਰੇਟਿਵ ਸੈੱਟ ਹੋ ਰਿਹਾ। ਬੱਬੀ ਬਾਦਲ ਨੂੰ ਪੁੱਛ ਲੈਣੇ। ਬੱਬੀ ਬਾਦਲ ਸਰ, ਸਵਾਲ ਇਹ ਹੈ ਕਿ ਚਲੋ ਤੁਸੀਂ ਆਪਣੀ ਪੋਲਿਟਿਕਸ ਕਰੋ, ਬੀਜੇਪੀ ਕਹਿੰਦੀ ਤੁਸੀਂ ਇੱਕ ਨੈਰੇਟਿਵ ਸੈੱਟ ਕਰਨ 'ਚ ਲੱਗੇ ਹੋਏ, ਮੈਨੂੰ ਨਹੀਂ ਪਤਾ ਸਰ ਕਿਹੜਾ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਤੁਸੀਂ ਬੱਬੀ ਬਾਦਲ, ਪਰ ਸਰ ਕਿਸਾਨ ਮਜ਼ਦੂਰ ਬਹੁਤ ਪਰੇਸ਼ਾਨ ਹੈ। ਰਵਨੀਤ ਬਰਾੜ ਕਹਿੰਦੇ ਆ ਇਮੀਡੀਏਟਲੀ ਕੋਈ ਫੌਰੀ ਰਾਹਤ ਤਾਂ ਦਿਓ ਨਾ ਸਰ ਕਿਸਾਨ ਨੂੰ, ਬਾਅਦ 'ਚ ਕਰਦੇ ਰਹੀਓ ਗਿਰਦਾਵਰੀਆਂ, ਬਾਅਦ 'ਚ ਵਿਸ਼ੇਸ਼ ਗਿਰਦਾਵਰੀ ਤੁਹਾਡੀ 15 ਅਗਸਤ ਤੱਕ ਪੂਰੀ ਹੋ ਜਾਣੀ ਹੈ, ਤੁਸੀਂ ਅੱਜ ਦਾਅਵਾ ਕੀਤਾ ਹੈ ਬੱਬੀ ਬਾਦਲ। ਕੇਪੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਕੁਝ ਅੰਕੜੇ ਤੁਹਾਨੂੰ ਦੱਸਦੇ ਹਾਂ ਕਿ 1473 ਪਿੰਡਾਂ ਨੂੰ ਹੜ੍ਹ ਦੀ ਮਾਰ 'ਚ ਆਏ ਸੀ, 27,000 ਲੋਕਾਂ ਨੂੰ ਸੁਰੱਖਿਅਤ ਸਰਕਾਰ ਨੇ ਪਹੁੰਚਾਇਆ ਸੁਰੱਖਿਅਤ ਥਾਵਾਂ ਤੇ, 43 ਲੋਕਾਂ ਦੀ ਮੌਤ ਹੋਈ ਹੈ, 19 ਜ਼ਖਮੀ ਹੋਏ ਨੇ, 159 ਰਾਹਤ ਕੈਂਪ ਲਾਏ ਹੈ ਜਿਨ੍ਹਾਂ 'ਚ 1319 ਲੋਕਾਂ ਦੀ ਠਹਿਰ ਹੈ, 19 ਜ਼ਿਲ੍ਹੇ ਪ੍ਰਭਾਵਿਤ ਹੋਏ ਹੈ, 1,14,000 ਲੋਕਾਂ ਦਾ ਇਲਾਜ ਹੋਇਆ ਹੈ ਤੇ 1,15,000 ਪਸ਼ੂਆਂ ਦਾ ਟੀਕਾਕਰਨ ਹੋਇਆ। ਇਹ ਨਹੀਂ ਕਿ ਕੋਈ ਸਰਕਾਰ ਵਿਹਲੀ ਬੈਠੀ ਹੈ। ਨੰਬਰ 2 ਦੀ ਗੱਲ ਵੀ ਜਦੋਂ ਬੀਜੇਪੀ ਨੇ ਆਪਣੇ ਗਵਰਨਰ ਨੂੰ ਮੁੱਖ ਵਿਰੋਧੀ ਧਿਰ ਬਣਾਤਾ ਪੰਜਾਬ ਦੇ ਅੰਦਰ, ਗਵਰਨਰ ਸਾਹਿਬ ਦੌਰਾ ਕਰ ਰਹੇ ਨੇ, ਗਵਰਨਰ ਸਾਹਿਬ ਹੀ ਚੈੱਕ ਲੈ ਜਾਂਦੇ ਕੇਂਦਰ ਦੇ, ਗਵਰਨਰ ਸਾਹਿਬ ਡੀਸੀ ਤੇ ਸਾਰੇ ਅਫਸਰਾਂ ਨੂੰ ਲੈ ਕੇ ਆਪ ਦੇਖ ਰਹੇ ਨੇ ਜਿਵੇਂ ਉਹ ਵੋਟਾਂ 'ਚ ਜਿੱਤੇ ਹੋਣ, ਜਿਵੇਂ ਉਹਨਾਂ ਦੀ ਸਰਕਾਰ ਹੋਵੇ। ਤੇ ਫਿਰ ਇੱਕ ਮੈਨੂੰ ਦੱਸੋ, ਜੇ ਅਸੀਂ ਜਿਵੇਂ ਬਾਈ ਰਵਨੀਤ ਕਹਿੰਦਾ ਹੈ ਕਿ ਕੁਛ ਨਾ ਕੁਛ ਦੇ ਦਿਓ, ਜੇ ਅਸੀਂ 5-10 ਹਜ਼ਾਰ ਦੇ ਦਾਂਗੇ ਨਾ ਤੇ ਇਹਨਾਂ ਨੇ ਰੌਲਾ ਪਾਉਣਾ ਹੈ ਕਿ ਨੁਕਸਾਨ ਤਾਂ ਜੀ 50 ਹੋ ਗਿਆ ਸੀ, ਲੋਕਾਂ ਦੇ ਘਰ ਡਿੱਗ ਪਏ, 5000 ਦਾ ਕੀ ਬਣੂਗਾ? ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, ਜਿਹੜੀਆਂ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਉਹ ਤਾਂ ਭਾਲਦੀਆਂ ਸੀ ਵੀ ਕੋਈ ਆਫਤ ਆਵੇ, ਉਹਨਾਂ ਦੇ ਤਾਂ ਸਿੱਧੇ ਚੈੱਕ ਉਹਨਾਂ ਦੇ ਵਰਕਰਾਂ ਦੀਆਂ ਜੇਬਾਂ 'ਚ ਜਾਂਦੇ ਸੀ, ਉਹਨਾਂ ਦੇ ਤਾਂ ਸਿੱਧੇ, ਉਹਨਾਂ ਨੇ ਤਾਂ ਹੁਣ ਤੱਕ ਖਾ ਜਾਣਾ ਸੀ ਪੈਸਾ ਸਾਰਾ। ਬੱਬੀ ਬਾਦਲ ਮੇਰਾ ਸਵਾਲ ਇਹ ਹੈ, ਰਵਨੀਤ ਬਰਾੜ ਨੇ ਜਿਹੜੀ ਡਿਮਾਂਡ ਕੀਤੀ ਹੈ ਉਹ ਤੁਹਾਨੂੰ ਐਂ ਲੱਗਦਾ ਕਿ ਕੱਲ ਨੂੰ ਇਹੀ ਸਵਾਲ ਚੁੱਕ ਲੈਣਗੇ? ਮੈਂ ਬੱਬੀ ਬਾਦਲ ਨੂੰ ਥੋੜਾ ਕਰੈਕਟ ਕਰ ਦਿੰਦਾ, ਤੁਸੀਂ ਖੁਦ ਕਿਹਾ ਸੀਗਾ ਗਿਰਦਾਵਰੀਆਂ ਤੋਂ ਪਹਿਲਾਂ ਤੁਹਾਡੇ ਖਾਤਿਆਂ 'ਚ ਪੈਸੇ ਪਹੁੰਚ ਜਾਣਗੇ। ਰਵਨੀਤ ਬਰਾੜ ਦਾ ਮਤਲਬ ਉਹ ਹੈ ਸਰ, ਬਾਅਦ 'ਚ ਹਿਸਾਬ ਕਰ ਲਿਓ ਨਾ ਵੀ ਭਾਈ ਤੈਨੂੰ 10,000 ਦਿੱਤਾ ਸੀਗਾ, ਤੇਰਾ ਨੁਕਸਾਨ 8,000 2,000 ਵਾਪਸ ਕਰ ਦੇ। ਕਿਸਾਨ ਕਿਹੜਾ ਭੱਜ ਚੱਲਿਆ ਸਰ ਪੰਜਾਬ ਛੱਡ ਕੇ? ਕੇਪੀ ਜੀ,
ਅਕਾਊਂਟਾਂ 'ਚ ਜਿਨ੍ਹਾਂ ਦੇ ਘਰ ਡਿੱਗੇ ਹੈ ਨਾ, ਉਹਨਾਂ ਦੇ ਅਕਾਊਂਟਾਂ 'ਚ ਡੀਸੀ ਪੈਸੇ ਪਵਾ ਰਹੇ ਨੇ। ਸਾਨੂੰ ਤਾਂ ਪਤਾ ਹੈ ਕਿ ਸਾਡੇ ਮੋਹਾਲੀ ਦੇ ਰੁੜਕਾ ਪਿੰਡ ਦੇ 7 ਘਰਾਂ ਦੇ ਪੈਸੇ ਅਕਾਊਂਟਾਂ 'ਚ ਆ ਚੁੱਕੇ ਨੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਇਮਾਨਦਾਰ ਸਰਕਾਰ ਹੈ, ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਜੀ ਦਾ ਅੱਧਾ ਬਿਆਨ ਤਾਂ ਬਾਰ-ਬਾਰ ਆਪਾਂ ਚਲਾ ਰਹੇ ਹਾਂ ਕਿ ਅਸੀਂ ਕਿਉਂ ਮੰਗੀਏ, ਅਸੀਂ ਕਿਉਂ ਮੰਗੀਏ, ਬਾਰ-ਬਾਰ ਆਪਾਂ ਦਿਖਾ ਰਹੇ ਹਾਂ। ਲੇਕਿਨ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਪੜ੍ਹ ਕੇ ਸੁਣਾ ਦੇਣਾ ਬੱਬੀ ਬਾਦਲ ਜੀ, ਕੋਈ ਇਤਰਾਜ਼ ਨਹੀਂ ਸਰ, ਕੋਈ ਇਤਰਾਜ਼ ਰਹਿਣਾ ਨਹੀਂ ਚਾਹੀਦਾ ਨਾ। ਬੱਬੀ ਬਾਦਲ 1 ਮਿੰਟ ਸਾਰੇ, ਮੈਂ ਅੱਧਾ ਸੈਕਿੰਡ ਲਵਾਂਗਾ, ਜ਼ਿਆਦਾ ਨਹੀਂ ਲੈਂਦਾ ਸਰ, 30 ਸੈਕਿੰਡ ਲਵਾਂਗਾ। ਕਹਿੰਦੇ ਸਾਨੂੰ ਕਹਿੰਦੇ ਕੇਂਦਰ ਤੋਂ ਮੰਗ ਲਓ। ਕਿਉਂ ਮੰਗਾ ਮੈਂ? ਜਿਹੜਾ ਕੁਦਰਤੀ ਆਫਤ ਦਾ ਪੈਸਾ ਆਉਂਦਾ ਬਹੁਤ ਪਿਆ, ਇਹਨਾਂ ਨੂੰ ਵਰਤਣਾ ਨਹੀਂ ਆਉਂਦਾ ਸੀ, ਮੈਂ ਵਰਤੂੰਗਾ। ਕਿਉਂ ਮੰਗੀ ਉਹਨਾਂ ਤੋਂ? ਜੋ ਸਾਡੇ ਕੋਲ ਹੈ। ਪੰਜਾਬੀ ਕਦੇ ਭੀਖ ਮੰਗਦਾ ਦੇਖਿਆ? ਹੱਕ ਮੰਗਦਾ ਜ਼ਰੂਰ ਦੇਖਿਆ ਹੋਵੇਗਾ, ਪਰ ਭੀਖ ਮੰਗਦਾ ਨਹੀਂ। ਦੇਣੇ ਆ ਦੇ ਦੇਵੋ, ਨਹੀਂ ਤਾਂ ਨਾ ਸੀ। ਇਹ ਪੂਰਾ ਬਿਆਨ ਹੈ ਜੀ ਮਾਨ ਸਾਹਿਬ ਦਾ। ਬੋਲੋ ਹੁਣ ਬੱਬੀ ਬਾਦਲ। ਮੈਂ ਇਹ ਦੱਸਦਾ ਤੁਹਾਨੂੰ ਕਿ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜੀ ਮੈਂ 10 ਕਿੱਲਿਆਂ ਦੇ ਕਿਸਾਨ ਦਾ ਬੇਟਾ ਹੈ, 10 ਕਿੱਲੇ ਸਾਡੇ 'ਚ ਜਦੋਂ ਹਮੇਸ਼ਾ ਆਫਤ ਆਉਂਦੀ ਸੀ ਤਾਂ ਮੇਰੇ ਬਾਪ ਦੀ ਤਨਖਾਹ ਨਾਲ ਕੰਮ ਚੱਲਦਾ ਸੀ। ਪੰਜਾਬੀਓ, ਤੁਹਾਡੇ ਇੱਕ ਪਸ਼ੂ ਦਾ ਮੈਂ ਮੁਆਵਜ਼ਾ ਦੇਵਾਂਗਾ, ਤੁਹਾਡੀ ਲੇਬਰ ਦਾ ਮੁਆਵਜ਼ਾ ਦੇਵਾਂਗਾ। ਉਹਨਾਂ ਨੇ ਛੋਟ ਹੀ ਦਿੱਤੀ ਹੈ। ਉਹ ਵੀ ਬਿਆਨ ਅਸੀਂ ਚਲਾ ਰਹੇ ਹਾਂ। ਉਹਨਾਂ ਨੇ ਕਿਹਾ ਹੜਾ ਕਾਰਨ ਹੋਏ ਕੱਲੇ ਨੁਕਸਾਨ ਦੇ ਪੈਸੇ ਦੇਵਾਂਗੇ, ਭਾਵੇਂ ਕਿਸੇ ਦੀ ਬੱਕਰੀ ਮਰੀ ਆਉਂਦੇ ਪੈਸੇ ਦੇਵਾਂਗੇ। ਕੁਦਰਤੀ ਆਫਤ ਤੋਂ ਨਜਿੱਠਣ ਲਈ ਫੰਡ ਬਹੁਤ ਪਿਆ ਹੁੰਦਾ ਸਰਕਾਰਾਂ ਕੋਲੇ, ਉਸ ਫੰਡ 'ਚੋਂ ਨੁਕਸਾਨ ਦੀ ਭਰਪਾਈ ਕਰਾਂਗੇ। ਸਰ ਸਾਰੀਆਂ ਸਟੇਟਮੈਂਟ ਚਲਾ ਰਹੇ ਬੱਬੀ ਬਾਦਲ, ਆਪਾਂ ਬੋਲੋ। ਠੀਕ ਕੇਪੀ ਜੀ, ਮੈਂ ਤਾਂ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕ ਬਹੁਤ ਵੱਡੇ ਇਮਤਿਹਾਨ 'ਚੋਂ ਟੱਪ ਰਹੇ ਨੇ। ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਕਿ ਜੇ ਕੇਂਦਰ ਨਾ ਵੀ ਦੇਊਗਾ, ਦੇਖੋ ਇਹ ਆਮ ਖੁੰਡ ਚਰਚਾ ਹੁੰਦੀ ਹੈ ਸੱਥ 'ਚ ਬੈਠੇ ਲੋਕਾਂ ਦੀ ਵੀ ਬੀਜੇਪੀ ਵਾਲਿਆਂ ਨੇ ਨਹੀਂ ਜੀ ਇਹਨਾਂ ਨੂੰ ਰੁਪਈਆ ਵੀ ਦੇਣਾ। ਅਸੀਂ ਤਾਂ ਇਹ ਗੱਲ ਸਾਫ਼ ਕੀਤੀ ਹੈ ਕਿ ਜੇ ਬੀਜੇਪੀ ਨਹੀਂ ਵੀ ਦੇਊਗੀ, ਅਸੀਂ ਜਿੰਨਾ ਰੈਵਨਿਊ ਇਨਕਰੀਜ਼ ਕੀਤਾ, ਅਸੀਂ ਆਪਦੇ ਪੈਰਾਂ ਤੇ ਖੜੇ ਕਰਨ ਹੋ ਚੁੱਕੇ ਹਾਂ। ਖਜ਼ਾਨਾ ਸਮਰੱਥ ਹੈ ਪੰਜਾਬ ਦਾ। ਜੇ ਤੁਸੀਂ ਕੱਲਾ ਸਾਡਾ ਇੱਕੋ ਹੀ ਮਹਿਕਮਾ ਦੇਖ ਲਓ ਨਾ ਐਕਸਾਈਜ਼ ਦਾ, ਤੇ ਉਹਦੇ ਵਿੱਚ 35% ਇਨਕਰੀਜ਼ ਹੋਇਆ, ਜਿਹੜੇ ਪਹਿਲਾਂ ਖਾ ਪੀ ਜਾਂਦੇ ਸੀ ਥੱਲੇ। ਠੀਕ ਹੈ ਪੀਰਮਲ ਸਾਹਿਬ, 1 ਮਿੰਟ ਗੋਸ਼ਾ ਜੀ। ਪੀਰਮਲ ਸਾਹਿਬ, ਫਿਰ ਤਾਂ ਸਰ ਲੋੜ ਹੀ ਨਹੀਂ ਕੇਂਦਰ ਕੋਲ ਡਿਮਾਂਡ ਕਰਨ ਦੀ। ਕੇਂਦਰ ਜੇ ਆਪਦੇ ਆਪ ਦੇ ਦੂਗਾ ਤਾਂ ਠੀਕ ਆ, ਆਪਾਂ ਲੈ ਲਾਂਗੇ, ਮੰਗਣਾ ਨਹੀਂ ਹੈਗਾ। ਪੀਰਮਲ ਸਾਹਿਬ ਦੇਖੋ, 2 ਬੰਦੇ ਆ, ਇੱਕ ਤਾਂ ਯੂਕਰੇਨ ਦੇ ਰਾਸ਼ਟਰਪਤੀ, ਮੈਨੂੰ ਨਾਮ ਭੁੱਲ ਗਿਆ, ਕੀ ਉਹਨਾਂ ਦਾ ਨਾਮ ਹੈ? ਕਿਹਨਾਂ ਦਾ? ਯੂਕਰੇਨ ਦੇ ਰਾਸ਼ਟਰਪਤੀ ਦਾ ਜ਼ੈਲੈਂਸਕੀ ਤੇ ਇੱਕ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਹੈ। ਇਹ ਬਰਬਾਦੀ ਦੇ ਉੱਤੇ ਵੀ ਚੁਟਕਲੇ ਸੁਣਾ ਕੇ ਲੋਕਾਂ ਨੂੰ ਖੁਸ਼ ਕਰ ਰਹੇ ਨੇ। ਉਹ ਅਮਰੀਕਾ ਜਾਂਦੇ ਆ, ਹੋਰ ਦੇਸ਼ਾਂ ਦੇ ਵਿੱਚ ਜਾਂਦੇ ਆ, ਉੱਥੇ ਜਾ ਕੇ ਕਹਿੰਦੇ ਆ ਜੀ ਵੇਖੋ ਕੋਈ ਗੱਲ ਨਹੀਂ, ਮੈਂ ਇਦੋਂ ਵਧੀਆ ਯੂਕਰੇਨ ਬਣਾ ਦਿਆਂਗਾ। ਬਣਾਵਾਂਗਾ ਕਦੋਂ? ਜਦੋਂ ਪੂਰਾ ਯੂਕਰੇਨ ਬਰਬਾਦ ਹੋ ਜਾਏਗਾ। ਦੂਜੇ ਮੁੱਖ ਮੰਤਰੀ, ਇਹਦਾ ਮਤਲਬ ਰਸ਼ੀਆ ਜੋ ਮਰਜ਼ੀ ਕਰਦਾ ਰਹੇ, ਯੂਕਰੇਨ ਦਾ ਰਾਸ਼ਟਰਪਤੀ ਬੋਲੇ ਵੀ ਨਾ। ਮੈਂ ਕੀ ਕਹਿ ਰਿਹਾ? ਮੈਂ ਇਹ ਗੱਲ ਕਹਿ ਰਿਹਾ ਕਿ ਆਪਾਂ ਇਲਾਜ ਅੱਜ ਦੀ ਲੋੜ ਏ। ਮਤਲਬ ਕਿ ਆਪਾਂ ਇਸ ਗੱਲ ਦੀ ਵੇਟ ਕਰ ਰਹੇ ਹਾਂ ਕਿ ਇੱਕ ਵਾਰ ਪੂਰੀ ਬਰਬਾਦੀ ਹੋ ਲਵੇ, ਉਸ ਤੋਂ ਬਾਅਦ ਤੁਹਾਡੀ ਬੱਕਰੀ ਤੋਂ ਲੈ ਕੇ ਤੇ ਤੁਹਾਡੀ ਹਰ ਚੀਜ਼ ਦਾ ਤੁਹਾਡਾ ਮੁੱਲ ਪਾ ਦੇਵਾਂਗੇ। ਇਹ ਕਿਹੋ ਜਿਹਾ ਬਿਆਨ ਹੈ ਜੀ? ਮਸਲਾ ਅਸਲ ਦੇ ਵਿੱਚ ਕਿ ਅੱਜ ਲੋੜ ਏ। ਅੱਜ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਇੱਕ ਦਿਨ ਕੇਪੀ ਜੀ ਬੈਠ ਕੇ ਗੁਜ਼ਾਰੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਲੋਕ ਗੁਜ਼ਰੇ ਨੇ। ਕਿਸੇ ਕੋਲੋਂ ਭੀਖ ਮੰਗਣੀ, ਕਿਸੇ ਕੋਲੋਂ ਆਟਾ ਦਾਲ ਜਾਂ ਜਿਹੜਾ ਆਪਾਂ ਲੰਗਰ ਪ੍ਰਸ਼ਾਦਾ ਤੇ ਗੁਰੂ ਮਹਾਰਾਜ ਦਾ, ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਚਲੋ ਸਾਰੀ ਸੇਵਾ ਹੁੰਦੀ ਏ, ਪਰ ਇਹ ਬੜਾ ਔਖਾ ਹੁੰਦਾ ਕਿ ਜਿਹੜਾ ਪੀਰਮਲ ਸਾਹਿਬ ਮੈਂ ਤੁਹਾਡੀ ਭਾਵਨਾਵਾਂ ਦੀ ਕਦਰ ਕਰਦਾ। ਪੀਰਮਲ ਸਾਹਿਬ, ਇਹ ਗੱਲ ਵਾਕਈ ਬਹੁਤ ਔਖੀ ਹੈ। ਜੇ ਉਹਨਾਂ ਪਿੰਡਾਂ 'ਚ ਅਸੀਂ ਜਾਵਾਂਗੇ, ਉੱਥੇ ਹਾਲਾਤ ਇਹੋ ਜਿਹੇ ਸਰ ਜਿਹੋ ਜਿਹੀ ਤੁਸੀਂ ਬਿਆਨ ਕਰ ਰਹੇ ਹੋ ਪੀਰਮਲ ਸਾਹਿਬ, ਸਾਨੂੰ ਕਹਿਣਾ ਵੀ ਬੜਾ ਔਖਾ ਲੱਗਦਾ ਪਿਆ ਇਹ ਸ਼ਬਦ। ਹਾਂ, ਮੈਂ ਇਹੋ ਹੀ ਗੱਲ ਕਹਿ ਰਿਹਾ। ਇਸ ਦੇ ਉੱਤੇ ਮੈਂ ਫਿਰ ਇੱਕ ਵਾਰ ਕਹਾਂਗਾ ਕਿ ਇਸ ਦੇ ਉੱਤੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਜਾਂ ਜਿੰਨੀਆਂ ਵੀ ਸਾਡੀਆਂ ਇੱਥੇ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ, ਉਹ ਜਿਹੜੇ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਆਪਸੀ ਇੱਕ ਸਰਵ ਪਾਰਟੀ ਮੀਟਿੰਗ ਹੋਵੇ, ਤਾਲਮੇਲ ਹੋਵੇ। ਇਹਦੇ ਉੱਤੇ ਬਿਆਨਬਾਜ਼ੀ ਕਰਨ ਦੀ ਜਗ੍ਹਾ ਇੱਕ ਦੂਜੇ ਦੇ ਪੂਰਵਕ ਬਣ ਕੇ ਉਹਨਾਂ ਲੋਕਾਂ ਦੀ ਸਾਰ ਲਈ ਜਾਵੇ ਜਿਨ੍ਹਾਂ ਦੀ ਬਰਬਾਦੀ ਹੋਈ ਹੈ। ਹੁਣ ਬੱਬੀ ਬਾਦਲ ਜੀ ਕਹਿ ਰਹੇ ਨੇ, ਕਹਿੰਦੇ ਜੀ 1300 ਬੰਦਿਆਂ ਲਈ ਰਾਤ ਸ਼ਿਵਰ ਕੈਂਪ ਲਾਏ ਆ। ਤੁਸੀਂ ਮੈਨੂੰ ਦੱਸੋ, 1300 ਬੰਦਾ ਤਾਂ ਇੱਕ ਪਿੰਡ ਦੇ ਵਿੱਚੋਂ ਇਕੱਠਾ ਹੋ ਜਾਂਦਾ। ਨਹੀਂ ਜੀ, 1300 ਰਹਿ ਰਹੇ ਨੇ ਇਸ ਟਾਈਮ ਉਹਨਾਂ ਕੈਂਪਾਂ ਦੇ ਵਿੱਚ, ਬਾਕੀ 1300 ਭਾਈ ਸਾਹਿਬ ਮੈਂ ਉਹੀ ਗੱਲ ਕਹਿ ਰਿਹਾ। 1300 ਤੁਸੀਂ ਮੈਨੂੰ ਦੱਸੋ, 12700 ਪਿੰਡ ਨੇ ਪੰਜਾਬ ਦੇ, ਠੀਕ ਹੈ ਜੀ। ਉਹਨਾਂ ਪਿੰਡਾਂ ਦੇ ਵਿੱਚ ਤੁਸੀਂ ਦੇਖੋ, ਆਪਾਂ ਚੌਥਾਈ ਹਿੱਸਾ ਹੀ ਲੈ ਲਈਏ, ਇਹਦਾ ਮਤਲਬ ਇਹ ਆ ਕਿ 4000 ਪਿੰਡ ਜਿਹੜਾ ਉਹਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਹੋਇਆ, ਕਿਤੇ ਥੋੜਾ ਕਿਤੇ ਜ਼ਿਆਦਾ। ਤੁਸੀਂ ਆਪਣੇ ਮੂੰਹੋਂ ਤਕਰੀਬਨ 1500 ਪਿੰਡਾਂ ਦੀ ਗੱਲ ਕਰ ਰਹੇ ਹੋ ਕਿ 1500 ਪਿੰਡਾਂ ਦੇ ਵਿੱਚੋਂ ਸਿਰਫ 1300 ਲੋਕ ਹੀ। ਅਸਲ ਦੇ ਵਿੱਚ ਇਹ ਅੰਕੜੇ ਨੇ
ਜਿਹੜੇ ਕਿ ਸਰਕਾਰ, ਕਿਉਂਕਿ ਉਹਨਾਂ ਕੈਂਪਾਂ ਦੇ ਵਿੱਚ ਕੌਣ ਜਾ ਕੇ ਬੈਠੇਗਾ? ਤੁਸੀਂ ਤੁਹਾਨੂੰ ਉਹਨਾਂ ਨੂੰ ਕੈਂਪਾਂ ਦੇ ਵਿੱਚ ਕਿਤੇ ਕੀ ਉੱਥੇ ਹੋ ਕੀ ਰਿਹਾ? ਇੱਕ ਤੰਬੂ ਲਾਇਆ ਹੋਇਆ, ਤੇ ਤੰਬੂ ਦੇ ਵਿੱਚ ਕਿਵੇਂ ਇੱਕ ਚੰਗਾ ਭਲਾ ਬੰਦਾ ਜਿਹੜਾ ਆਪਦਾ ਘਰ ਛੱਡ ਕੇ ਕੋਠੀ ਛੱਡ ਕੇ ਆਇਆ ਉੱਥੇ ਕਿਵੇਂ ਬੈਠੇਗਾ? ਚਲੋ ਪੀਰ ਮਸਦ ਤੁਹਾਡੇ ਸਵਾਲ ਜਾਇਜ਼ ਹੈ। ਪੀਰ ਮਸਦ ਤੁਹਾਡੇ ਸਵਾਲ ਵੀ ਜਾਇਜ਼ ਹੈ। ਬੱਬੀ ਬਾਦਲ ਜੀ ਤੁਸੀਂ ਜਿਹੜਾ ਆਰਗੂਮੈਂਟ ਇੱਕ ਮਿੰਟ ਆ ਰਿਹਾ, ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ। ਉੱਥੇ ਮੱਛਰ ਵੀ ਬਹੁਤ ਨੇ, ਬਿਮਾਰੀਆਂ ਦਾ ਖਤਰਾ ਵੀ ਬਹੁਤ ਹੈ। ਜਿਹੜਾ ਪਾਣੀ ਉੱਥੇ ਰੁਕਿਆ ਹੋਇਆ ਉਹਦੇ ਵਿੱਚੋਂ ਮੱਛਰ ਪਣਪ ਰਹੇ ਨੇ, ਉਹਨਾਂ ਵਿੱਚੋਂ ਬਿਮਾਰੀਆਂ ਲੱਗਣ ਦਾ ਖਤਰਾ ਹੈ। ਉੱਥੇ ਮੱਛਰਦਾਨੀਆਂ ਜਿਹੜੀਆਂ ਉਹ ਲਾਈਆਂ ਤਾਂ ਜਾਂਦੀਆਂ, ਪਰ ਮੱਛਰ ਉਹਨਾਂ ਵਿੱਚ ਵੀ ਵੜਦਾ ਪਿਆ ਹੈਗਾ। ਬਹੁਤ ਸਾਰੇ ਇਹੋ ਜਿਹੇ ਕੇਸਿਸ ਹੈ ਜਿਹੜੀ ਅਸੀਂ ਰਿਪੋਰਟ ਹੀ ਨਹੀਂ ਕਰ ਰਹੇ। ਅਸੀਂ ਆਪਦੇ ਆਪ 'ਤੇ ਵੀ ਉਂਗਲ ਚੱਕ ਰਹੇ ਹਾਂ, ਅਸੀਂ ਉਹ ਕੇਸ ਰਿਪੋਰਟ ਹੀ ਨਹੀਂ ਕਰਦੇ ਪਏ। ਹਾਲਾਤ ਹੈ ਜਿਹੜੇ ਉਹ ਇੰਨੇ ਸੁਖਾਵੇਂ ਨਹੀਂ ਹੈਗੇ ਜਿੰਨੇ ਸਟੂਡੀਓ ਵਿੱਚ ਬੈਠ ਕੇ ਅਸੀਂ ਬਣਾ ਦਿੰਦੇ। ਵਾਪਸ ਆ ਰਹੇ। ਕਿਉਂ ਮੰਗੀ ਵੀ ਉਹਨਾਂ ਤੋਂ ਜਦੋਂ ਹੈਗਾ ਸਾਡੇ ਕੋਲ? ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਮੁੱਖ ਮੰਤਰੀ ਭਗਵੰਤ ਮਾਨ ਦੇ ਕੇਂਦਰ ਸਰਕਾਰ ਤੋਂ ਮਾਲੀ ਮਦਦ ਨਾ ਮੰਗਣ ਵਾਲੇ ਤਾਨੇ ਦੇ ਅਸਲ ਮਾਇਨੇ ਕੀ ਹੈ? ਸੁਖਬੀਰ ਸਲਾਰਪੁਰ ਹੁਣ ਮਦਦ ਕਿਵੇਂ ਹੋਊਗੀ ਪੰਜਾਬ ਦੀ? ਸਟੇਟ ਗੌਰਮੈਂਟ ਹੀ ਕਰੂਗੀ ਜਾਂ ਕੇਂਦਰ ਸਰਕਾਰ ਦੇ ਅੱਗੇ ਅਸੀਂ ਮੈਸੇਜ ਲੈ ਕੇ ਜਾਵਾਂਗੇ? ਜਿਵੇਂ ਪੀਰ ਮੁਹੰਮਦ ਸਾਹਿਬ ਇੱਕ ਸਲਾਹ ਦੇ ਰਿਹਾ ਕਿ ਸਰਬ ਪਾਰਟੀ ਬੈਠਕ ਹੋ ਜਾਵੇ। ਹਾਲਾਂਕਿ ਬੱਬੀ ਬਾਦਲ ਇਹ ਜਵਾਬ ਦੇਣਗੇ ਕਿ ਜਿਨ੍ਹਾਂ ਨੇ ਪੰਜਾਬ ਦੇ ਬੁਰੇ ਹਾਲ ਕੀਤੇ ਅਸੀਂ ਉਹਨਾਂ ਨਾਲ ਬੈਠਕ ਕਿਉਂ ਕਰੀਏ, ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਇਹ ਸਟੇਟਮੈਂਟ ਅਕਸਰ ਚਰਚਾ 'ਚ ਰਹਿੰਦੀ ਹੈ। ਦੇਖੋ, ਜਿੰਨੀ ਪੰਜਾਬ ਸਰਕਾਰ ਦੀ ਕੇਪੀ ਸਿੰਘ ਜੀ ਜ਼ਿੰਮੇਵਾਰੀ ਬਣਦੀ ਹੈ, ਉਨੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਜਦੋਂ ਮੈਂ ਪਹਿਲਾਂ ਭਗਵੰਤ ਮਾਨ ਜੀ ਦੀ ਸਟੇਟਮੈਂਟ ਨਹੀਂ ਸੀ ਸੁਣੀ, ਜਦੋਂ ਤੁਸੀਂ 30 ਸੈਕਿੰਡ ਦੇ ਵਿੱਚ ਪੜ੍ਹ ਕੇ ਸੁਣਾਈ ਨਾ, ਤੇ ਮੈਂ ਉਹਦਾ ਇੱਕ ਸ਼ਬਦ ਜਿਹੜਾ ਧਿਆਨ ਨਾਲ ਸੁਣਿਆ, ਮੈਨੂੰ ਇਸ ਸਿਚੁਏਸ਼ਨ ਦੇ ਵਿੱਚ ਇਹ ਲੱਗਦਾ ਆ ਕਿ ਭਗਵੰਤ ਮਾਨ ਜੀ ਨੂੰ ਆਪ ਦੀ ਈਗੋ ਤਿਆਗ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਔਰ ਬੱਬੀ ਬਾਦਲ ਜੀ, ਆਪਾਂ ਸਾਰੇ ਹੀ ਜਿਹੜੇ ਆ ਨਾ, ਅੱਜ ਚੈਨਲ ਤੇ ਏਸੀ ਲੱਗਾ ਹੋਇਆ, ਤੁਹਾਡੇ ਵੀ ਤੇ ਤੁਸੀਂ ਵੀ ਏਸੀ 'ਚ ਬੈਠੇ ਹੋਣੇ, ਆਪਾਂ ਸਾਰੇ ਹੀ ਏਸੀ ਦੇ ਵਿੱਚ ਬੈਠ ਕੇ ਗੱਲਾਂ ਤਾਂ ਕਰ ਰਹੇ ਆ, ਪਰ ਜਿਨ੍ਹਾਂ ਦੇ ਹਾਲਾਤ, ਜਿਨ੍ਹਾਂ ਦੇ ਚੁੱਲ੍ਹੇ ਵੀ ਨਹੀਂ ਰਹੇ ਹੈ, ਜਿਨ੍ਹਾਂ ਦੀ ਚੁੱਲ੍ਹਿਆਂ ਵਿੱਚ ਅੱਗ ਵੀ ਨਹੀਂ ਰਹੀ, ਜਿਨ੍ਹਾਂ ਦੇ ਘਰ ਅਨਾਜ ਵੀ ਕੋਈ ਨਹੀਂ ਰਿਹਾ, ਜੇ ਉਹਨਾਂ ਲੋਕਾਂ ਦੀ ਖਾਤਰ ਜੇ ਸਾਨੂੰ ਦਲੀਲ ਦੇ ਨਾਲ ਕੇਂਦਰ ਸਰਕਾਰ ਦੇ ਕੋਲੋਂ ਕੋਈ ਪੈਕੇਜ ਲੈਣ ਦੀ ਜ਼ਰੂਰਤ ਪਵੇ ਤੇ ਸੌਦਾ ਸਸਤਾ ਆ, ਮਹਿੰਗਾ ਨਹੀਂ ਆ। ਕਿਉਂਕਿ ਪੰਜਾਬ ਦੀ ਜਿਹੜੀ ਅਸਲ ਤਸਵੀਰ ਹੈ, ਲੋਕ ਬਹੁਤ ਜ਼ਿਆਦਾ ਜਿਹੜੀ ਆ ਇੱਕ ਜਿੱਲਤ ਦੀ ਜ਼ਿੰਦਗੀ ਜਿਹੜੀ ਆ ਉਹ ਬਿਤਾ। ਆਪਾਂ ਇਸ ਪੋਲਿਟਿਕਸ ਨੂੰ ਛੱਡ ਕੇ, ਆਪਾਂ ਇਹ ਸਿਆਸੀ ਗੱਲਾਂ ਛੱਡ ਕੇ ਆਪਾਂ ਜਿਹੜਾ ਪੰਜਾਬ ਦੇ ਨਾਲ ਖੜੇ ਹੋਈਏ। ਦੂਸਰੀ ਗੱਲ ਕਿ ਜਿਵੇਂ ਕੇਪੀ ਸਿੰਘ ਜੀ, ਇੱਕ ਸਕਿੰਟ ਲੈਣਾ ਜੀ, ਭਗਵੰਤ ਨੇ ਗੱਲ ਕੀਤੀ ਕਿ ਬੱਕਰੀ ਦਾ ਵੀ ਹਿਸਾਬ ਦੇਵਾਂਗੇ। ਮਾਰਚ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਫਸਲਾਂ ਗੜਿਆਂ ਦੇ ਨਾਲ ਤਬਾਹ ਹੋਈਆਂ ਸੀ। ਬਿਨਾਂ ਗਿਰਦਾਵਰੀ ਤੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣ ਦੀ ਗੱਲ ਕੀਤੀ ਸੀ। ਮੈਂ ਬੱਬੀ ਬਾਦਲ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਪਾਰਟੀ ਮੋਹ ਜਿਹੜਾ ਛੱਡ ਕੇ ਸੱਚੀ ਗੱਲ ਤੇ ਆਇਓ, ਕਿ ਆਪਣੇ ਧਰਮੇ ਮਾਨ ਦੇ ਨਾਲ ਦੱਸਿਓ ਕਿ ਬਿਨਾਂ ਗਿਰਦਾਵਰੀ ਤੋਂ ਮੈਨੂੰ ਉਸ ਕਿਸਾਨ ਦਾ ਨਾਮ ਦੱਸੋ ਜਿਹਦੇ ਅਕਾਊਂਟ ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਾਏ ਸੀ। ਇਹ ਗੱਲਾਂ ਠੀਕ ਹੈ ਸੁਖਬੀਰ ਸਲਾਰਪੁਰ, ਠੀਕ ਹੈ। ਤੇ ਬੱਬੀ ਬਾਦਲ, ਕੋਈ ਦੱਸ ਸਕਦੇ ਹੋ ਤੁਸੀਂ ਕਿਸਾਨ ਦਾ ਨਾਮ ਸਰ, ਜਿਹੜਾ ਬਿਨਾਂ ਗਿਰਦਾਵਰੀ ਤੋਂ ਜਿਹਦੇ ਖਾਤੇ ਵਿੱਚ ਪੈਸੇ ਪਾ ਗਏ? ਹੁਣ ਕਾਂਗਰਸ ਦਾ ਸਵਾਲ ਹੈ ਸਰ। ਕੇਪੀ ਜੀ, ਹੁਣ ਮੈਂ ਕਿਸਾਨ ਦਾ ਨਾਮ ਮੈਂ ਅੱਜ ਮੈਨੂੰ ਪਤਾ ਨਹੀਂ ਸੀ, ਨਹੀਂ ਮੈਂ ਡਾਟਾ ਲੈ ਕੇ ਆਉਂਦਾ। ਇੱਕ ਕਿਸਾਨ ਦੀ ਕੀ ਗੱਲ ਕਰਦੇ ਹੋ? ਅਸੀਂ ਤੁਹਾਨੂੰ ਹਜ਼ਾਰਾਂ ਦੇ ਨਾਮ ਦੀ ਡਿਟੇਲ ਦੇ ਦੇਣਗੇ, ਲੇਕਿਨ ਮੈਂ ਫਿਰ ਇਹ ਗੱਲ ਕਰਦਾ ਵੀ ਦੇਖੋ, ਆਪਾਂ ਸਿਆਸਤ ਤੇ ਨੰਬਰ ਬਣਾਉਣੇ ਛੱਡਦੇ ਕਿਉਂ ਨਹੀਂ? ਜਦੋਂ ਆਪਾਂ ਦੋਨੋਂ ਚੀਜ਼ਾਂ ਪਾਸੇ ਕਰਦੇ ਸਰ, ਆਪਾਂ ਦੋਨੋਂ ਬੱਬੀ ਬਾਦਲ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ, ਸਿਆਸਤ ਤੇ ਨੰਬਰ ਬਣਾਉਣੇ ਆਪਾਂ ਛੱਡਦੇ ਕਿਉਂ ਨਹੀਂ? ਬਹੁਤ ਵਧੀਆ ਗੱਲ ਕੀਤੀ ਹੈ। ਮੈਂ ਸਰ ਸਿੱਧਾ ਸਵਾਲ ਕਰਦਾ, ਬੱਬੀ ਬਾਦਲ, ਤੁਸੀਂ ਸਰ ਕੇਂਦਰ ਤੋਂ ਡਿਮਾਂਡ ਕੀਤੀ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਆ? ਅਸੀਂ ਗਿਰਦਾਵਰੀ ਤੋਂ ਬਾਅਦ ਜ਼ਰੂਰ ਕੇਂਦਰ ਤੋਂ ਮਦਦ ਦੀ ਕਹਾਂਗੇ ਵੀ ਕੇਂਦਰ ਨੇ ਸਾਡਾ ਕਿੰਨਾ ਨੁਕਸਾਨ ਹੋਇਆ, ਪਰ ਜੇ ਕੇਂਦਰ ਨਹੀਂ ਦੇਊਗਾ, ਅਸੀਂ ਮੁੱਖ ਮੰਤਰੀ ਜੀ ਦੇ ਜਿਵੇਂ ਬੋਲ ਨੇ ਕਿ ਅਸੀਂ ਆਪ ਮੁਆਵਜ਼ਾ ਦੇਣ ਦੇ ਵਚਨਬੱਧ ਹੈ। ਅਸੀਂ ਪੰਜਾਬੀਆਂ ਨੂੰ ਪਿੱਛ ਨਹੀਂ ਵਿਖਾਵਾਂਗੇ, ਅਸੀਂ ਆਪ ਭਾਵੇਂ ਭੁੱਖੇ ਮਰ ਜਾਈਏ, ਸਰਕਾਰ ਜਿਵੇਂ ਮਰਜ਼ੀ ਕਰੇ, ਲੇਕਿਨ ਅਸੀਂ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਉਹਨਾਂ ਦਾ ਬੱਬੀ ਬਾਦਲ ਆਪਾਂ ਇਹ ਮੰਨ ਕੇ ਚੱਲੀਏ 15 ਅਗਸਤ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਹੱਥ ਖੜੇ ਨਹੀਂ ਫਿਰੇ ਦਾ ਮਤਲਬ ਇਹ ਮੰਨ ਕੇ ਚੱਲੀਏ? ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਤੀ, ਕੇਂਦਰ ਨੂੰ ਅਸੀਂ ਗਿਰਦਾਵਰੀ ਤੋਂ ਬਾਅਦ ਜਿੰਨਾ ਨੁਕਸਾਨ ਹੋਇਆ ਕੇਂਦਰ ਨੂੰ ਅੱਗੇ ਆ ਕੇ ਦੇਣਾ ਚਾਹੀਦਾ ਹੈ। ਕੇਂਦਰ ਤੋਂ ਸਾਨੂੰ ਕੋਈ ਗੁਰੇਜ਼ ਨਹੀਂ, ਕੇਂਦਰ ਮਦਦ ਦੇਵੇ, ਅਸੀਂ ਝੋਲੀ 'ਚ ਪਵਾਵਾਂਗੇ। ਸਾਨੂੰ ਕੀ ਇਤਰਾਜ਼ ਹੈ? ਕੇਂਦਰ ਜੇ ਪੈਸੇ ਪੰਜਾਬੀਆਂ ਦੇ ਦਿੰਦਾ ਹੈ ਤਾਂ ਅਸੀਂ ਤਾਂ ਝੋਲੀ ਅੱਡ ਕੇ ਪਵਾਵਾਂਗੇ। ਲੇਕਿਨ ਕਹਿਣ ਦਾ ਮਤਲਬ ਇਹ ਹੈ ਸਾਨੂੰ ਜਲਾਲਤ
ਔਰ ਸਾਨੂੰ ਪੰਜਾਬੀਆਂ ਨੂੰ ਤੁਹਾਨੂੰ ਕਿਉਂ ਲੱਗਦਾ ਪਿਆ ਬੱਬੀ ਬਾਦਲ ਕੇ ਕੇਂਦਰ ਤੁਹਾਡੇ ਤੋਂ ਮਿੰਨਤਾਂ ਕਰਵਾ ਰਿਹਾ, ਤੁਹਾਨੂੰ ਜਲੀਲ ਕਰ ਰਿਹਾ, ਤੁਹਾਨੂੰ ਜਲਾਲਤ ਕਰਨੀ ਪੈ ਰਹੀ ਹੈ, ਕਿਉਂ ਲੱਗ ਰਿਹਾ? ਕਿਉਂ ਕਰਕੇ ਕੇਪੀ ਜੀ ਸਾਡੇ ਨਾਲ ਪਹਿਲੀ ਵਾਰ ਨਹੀਂ ਨਾ ਹੋਈ, ਸਾਡੇ ਆਰਡੀਐਫ ਵੀ ਰੋਕ ਲਏ, ਸਾਡੇ ਮੈਡੀਕਲ ਫੰਡ ਵੀ ਰੋਕ ਲਏ, ਸਾਨੂੰ ਹਰ ਚੀਜ਼ ਤੇ ਨਜਾਇਜ਼ ਚਲੋ ਇਹਦਾ ਮਤਲਬ ਰਵਨੀਤ ਬਰਾੜ ਮੈਨੂੰ ਇਹ ਸਮਝ ਆ ਰਹੀ ਹੈ ਕਿ ਇਹ ਪਹਿਲਾਂ ਹੀ ਉਹ ਪਿਕਚਰ ਡਰਾ ਕਰ ਰਿਹਾ ਕਿ ਕੇਂਦਰ ਨੂੰ ਪੈਰ ਪਿੱਛੇ ਨਾ ਕਰਨੇ ਪੈਣ, ਇਸ ਲਈ ਉਹ ਜੇ ਬਿਆਨ ਦਿੱਤੇ ਜਾ ਰਹੇ ਰਵਨੀਤ ਬਰਾੜ। ਮੈਨੂੰ ਤਾਂ ਇਹ ਸਮਝ ਆ ਰਿਹਾ, ਜੇ ਤੁਹਾਨੂੰ ਕੋਈ ਹੋਰ ਸਮਝ ਆ ਰਿਹਾ ਤਾਂ ਮੈਨੂੰ ਸਮਝਾ ਦਿਓ, ਕਿਉਂਕਿ 15 ਅਗਸਤ ਤੱਕ ਇਹਨਾਂ ਨੇ ਗਿਰਦਾਵਰੀ ਕੰਪਲੀਟ ਕਰਨੀ ਹੈ, ਵਿਸ਼ੇਸ਼ ਗਿਰਦਾਵਰੀ। ਕੇਪੀ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਇਹੀ ਹੈ ਵੀ ਇੱਕ ਦੂਜੇ ਦੇ ਤੌਹਮਤ ਵਾਲੀ ਗੱਲ ਹੈ ਨਾ। ਦੂਸਰੀ ਗੱਲ ਤਰੀਕ ਤੇ ਤਰੀਕ ਵਾਲੀ ਗੱਲ ਹੈ। ਹੁਣ 15 ਤਰੀਕ ਦੇਤੀ ਗਿਰਦਾਵਰੀ ਦੀ, ਫਿਰ ਉਸ ਤੋਂ ਬਾਅਦ ਗਿਰਦਾਵਰੀ ਹੋਊਗੀ, ਫਿਰ ਕਾਗਜ਼ ਆਉਣਗੇ ਸੈਕਟਰੀਏਟ, ਫਿਰ ਉਹ ਪਾਸ ਹੋਣਗੇ, ਫਿਰ ਉਹਨਾਂ ਦੇ ਵਿੱਚੋਂ ਕੀਤਾ ਜਾਊਗਾ। ਮੈਂ ਬਾਲ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਬਾਲ ਸਾਹਿਬ 1500 ਪਿੰਡ ਤੁਸੀਂ ਕਿਹਾ, ਪਿੰਡ ਦਾ ਰਕਬਾ ਲਾ ਲਓ ਜੀ, ਸਿੱਧਾ 1000 ਏਕੜ ਲਾ ਲਓ ਤੇ ਉਹਨੂੰ ਹੁਣੇ ਪਾ ਦਿਓ। ਤੁਸੀਂ ਜਦੋਂ ਪਾਣੀ ਵਹਿ ਗਿਆ, ਕੁਝ ਰਿਹਾ ਹੀ ਨਹੀਂ ਉੱਥੇ, ਤਾਂ ਫਿਰ ਆਪਾਂ ਉਹਦੇ ਵਿੱਚ ਕਿਹੜੀ ਗਿਰਦਾਵਰੀ ਦੀ ਗੱਲ ਕਰਦੇ ਆ? ਕਿਹੜੀਆਂ ਗਿਰਦਾਵਰੀਆਂ ਰਹਿ ਗਈਆਂ ਬਾਲ ਸਾਹਿਬ? ਅੱਜ ਕੇਪੀ ਜੀ ਇੱਕ ਹੀ ਗੱਲ ਸੋਚਣ ਵਾਲੀ ਹੈ, ਅੱਜ 20 ਦਿਨ ਬੀਤ ਗਏ, 15 ਦਿਨ ਦਾ ਬਾਲ ਸਾਹਿਬ ਨੇ ਹੋਰ ਸਮਾਂ ਦੇਤਾ, 35-40 ਦਿਨ ਹੋ ਗਏ। 40 ਦਿਨਾਂ ਤੋਂ ਬਾਅਦ ਤੁਸੀਂ ਇੱਕ ਗੱਲ ਦੱਸੋ, 40 ਦਿਨ ਬਿਨਾਂ ਘਰ ਤੋਂ, ਬਿਨਾਂ ਕੋਈ ਰੁਪਈਏ ਤੋਂ ਆਪਾਂ ਕਿਤੇ ਰਹਿ ਸਕਦੇ ਹਾਂ? ਕੋਈ ਰਹਿ ਸਕਦਾ? ਉਹਨਾਂ ਦੀ ਹਾਲਾਤ ਤਾਂ ਵੇਖੋ ਨਾ ਜੀ, ਕਿਸਾਨ ਤੇ ਮਜ਼ਦੂਰ ਦੇ ਕੀ ਹੈ। ਤੀਸਰੀ ਗੱਲ ਆਪਾਂ ਮੈਂ ਇੱਕ ਹੋਰ ਵੇਖੋ ਕੇਪੀ ਜੀ, ਅਜੇ ਤੁਸੀਂ ਘਰ ਵੇਖੀ ਜਾਂਦੇ ਆ, ਫਸਲਾਂ ਵੇਖੀ ਜਾਂਦੇ ਆ, ਪਰ ਇੱਕ ਬੜੀ ਸੋਚਣ ਵਿਚਾਰਨ ਵਾਲੀ ਗੱਲ ਹੈ, ਜਿਹੜੀ ਜ਼ਮੀਨ ਹੈ ਨਾ ਉਹਦੇ ਵਿੱਚ ਗਾਰ ਜੰਮ ਗਈ 2-2 3-3 ਫੁੱਟ, ਰੋਡ ਉਹਦੇ ਵਿੱਚ ਆ ਗਏ, ਉਹ ਕੌਣ ਸਾਫ਼ ਕਰਕੇ ਦੇਊਗਾ? ਉਹ ਵੀ ਬੜਾ ਇੱਕ ਵੱਡਾ ਕੁਐਸਚਨ ਮਾਰਕ ਹੈ। ਪਨੀਰੀ ਆਪਾਂ ਪੰਜਾਬੀ ਲਾ ਰਹੇ ਆ, ਇੱਕ ਦੂਜੇ ਦੀ ਮਦਦ ਲਈ ਪਨੀਰੀਆਂ ਬਹੁਤ ਲੱਗ ਰਹੀਆਂ, ਪਰ ਸੌਣ ਦਾ ਮਹੀਨਾ ਹੈ। ਰਵਨੀਤ ਬਰਾੜ ਮੈਨੂੰ ਮੋਟਾ-ਮੋਟਾ ਸਮਝਾਇਆ ਰਵਨੀਤ ਬਰਾੜ, ਜੇ ਉਹ ਗਾਰ ਹਟਾਉਣੀ ਹੋਵੇ, ਮੰਨ ਕੇ ਚੱਲੀਏ ਆਪਾਂ ਕਿ ਰਕਬਾ ਜਿਹੜਾ ਇੱਕ ਪਿੰਡ ਦਾ ਬਹੁਤ ਜ਼ਿਆਦਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਰਾ ਪਿੰਡ ਹੀ ਡੁੱਬ ਗਿਆ, ਉਹ ਸਰ ਕਿੰਨੇ ਦਿਨ ਲੱਗਣਗੇ ਗਾਰ ਹਟਾਉਣ 'ਚ? ਕਿਉਂਕਿ ਕਿਸਾਨ ਮਜ਼ਦੂਰਾਂ ਨੂੰ ਆਪ ਰਲ ਕੇ ਕਰਨਾ ਪੈਣਾ, ਉਹਦੇ 'ਚ ਤਾਂ ਸਰਕਾਰ ਕੋਈ ਮਦਦ ਨਹੀਂ ਕਰੂਗੀ ਮੈਨੂੰ ਲੱਗਦਾ। ਕੇਪੀ ਜੀ ਗਾਰ ਹਟਾਉਣ 'ਚ ਤਾਂ ਦੇਖੋ, ਜੇ ਆਪਾਂ ਹਟਾਉਣੀ ਹੈ ਤਾਂ ਘੱਟੋ ਘੱਟ ਉਹਦੇ 'ਚ 15 ਦਿਨ ਲੱਗਣਗੇ, ਪਰ ਇੱਕ ਕੁਐਸਚਨ ਮਾਰਕ ਹੋਰ ਉੱਥੇ ਅਰਾਈਜ਼ ਹੁੰਦਾ ਹੈ ਵੀ ਉਹ ਗਾਰ ਜਾਊਗੀ ਕਿੱਥੇ? ਉਹਨੂੰ ਸਿੱਟਾਂਗੇ ਕਿੱਥੇ ਅਸੀਂ? ਸਾਡੇ ਕੋਲ ਤਾਂ ਕੋਈ ਡੰਪ ਕਰਨ ਨੂੰ ਜਗ੍ਹਾ ਹੀ ਹੈ ਨਹੀਂਗੀ। ਫਿਰ ਆਪਸ ਦੇ ਵਿੱਚ ਲੜਾਈਆਂ, ਸਾਰਾ ਕੁਝ ਉਹ ਸਾਰਾ ਦੁਬਾਰਾ ਐਪੀਸੋਡ ਆ ਜਾਊਗਾ, ਜਿੱਥੇ ਕਿ ਸਰਕਾਰ ਨੂੰ ਚਾਹੀਦਾ ਤੁਰੰਤ ਆਪਣਾ ਆਪ ਦਾ ਅਮਲਾ ਲਾ ਕੇ ਇੱਥੇ ਇਹਨਾਂ ਚੀਜ਼ਾਂ ਦੇ ਕੰਮ ਕਰਨਾ ਚਾਹੀਦਾ, ਨਾ ਕਿ ਗੱਲਾਂ ਕਰਨੀਆਂ ਚਾਹੀਦੀਆਂ। ਚਲੋ ਗੁਰਦੀਪ ਸਿੰਘ ਗੋਸ਼ਾ, ਕਿ ਸਰਬ ਪਾਰਟੀ ਵਫਦ ਆ ਜਿਹੜਾ ਉਹ ਕੇਂਦਰ ਸਰਕਾਰ ਕੋਲੇ ਜਾਣਾ ਚਾਹੀਦਾ, ਜਾਂ ਮੁੱਖ ਮੰਤਰੀ ਸਾਹਿਬ ਆਪ ਹੀ ਚੱਲ ਜਾਣ, ਜਾਂ ਮੁੱਖ ਮੰਤਰੀ ਸਾਹਿਬ ਕੋਈ ਚਿੱਠੀ ਲਿਖ ਦੇਣ ਜਾਂ ਐਸਟੀਮੇਟ ਬਣਾ ਕੇ ਭੇਜ ਦੇਣ, ਫਿਰ ਕੇਂਦਰ ਮਦਦ ਕਰ ਦੂਗੀ? ਗੋਸ਼ਾ ਜੀ ਤਰੀਕਾ ਦੱਸ ਦਿਓ ਸਰ, ਸਾਰੇ ਬੈਠੇ ਮਹਿਮਾਨ, ਆਪਾਂ ਸਾਰਿਆਂ ਤੋਂ ਪੁੱਛ ਲਾਂਗੇ, ਆਪਦੀ ਦੀ ਪਾਰਟੀ ਨੂੰ ਜਾ ਕੇ ਦੱਸੋ ਭਾਈ ਆਹ ਸਲਾਹ ਹੋਈ ਉੱਥੇ। ਕੇਪੀ ਸਾਹਿਬ, ਜੇ ਭਗਵੰਤ ਮਾਨ ਜੀ ਕੋਲੋਂ ਉਨੀ ਸਮਝ ਨਹੀਂ ਹੈਗੀ ਤੇ ਉਹਨਾਂ ਨੂੰ ਆਪਣੇ ਅਫਸਰਾਂ ਨਾਲ ਮੀਟਿੰਗ ਕਰ ਲੈਣੀ ਚਾਹੀਦੀ ਸੀ। 3 ਪੁਆਇੰਟ ਹੁੰਦੇ ਆ। ਪਹਿਲਾ ਪੁਆਇੰਟ ਹੁੰਦਾ ਹੜ੍ਹਾਂ ਤੋਂ ਪਹਿਲਾਂ ਦੀ ਤਿਆਰੀ, ਉਹ ਤਿਆਰੀ ਆਪਣੀ ਕੀਤੀ ਨਹੀਂ ਗਈ। ਦੂਜੀ ਗੱਲ ਹੁੰਦੀ ਜੇ ਹੜ੍ਹ ਪ੍ਰਭਾਵਿਤ ਹੋ ਜਾਵੇ ਤੇ ਉਹਦੀ ਕਰਨਾ ਕੀ ਹੁੰਦਾ? JCB ਭੇਜਣੀਆਂ ਹੁੰਦੀਆਂ, ਉਹਦਾ ਇੰਤਜ਼ਾਮ ਕਰਨੇ ਹੁੰਦੇ, ਲੰਗਰ ਦੇਣਾ ਹੁੰਦਾ, ਰਾਸ਼ਨ ਦੇਣਾ ਹੁੰਦਾ, ਤੇ ਦੇ ਕੀ ਰਹੇ? ਭੁਜੀਏ ਦਾ ਪੈਕਟ ਤੇ ਪਾਣੀ ਦੀ ਬੋਤਲ। ਤੁਸੀਂ ਸਮਝ ਸਕਦੇ ਹੋ ਉਹਦਾ ਮਤਲਬ ਕਿੰਨਾ ਮਜ਼ਾਕ ਕੀਤਾ ਗਿਆ। ਇਹ ਕਹਿੰਦੇ ਰੈਵਨਿਊ ਵੱਧ ਗਿਆ, ਰੈਵਨਿਊ ਸ਼ਰਾਬ 'ਚ ਵੱਧ ਰਿਹਾ, ਤੁਹਾਡਾ ਸ਼ਰਾਬ ਵਧੀ ਜਾ ਰਹੀ ਹੈ ਪੰਜਾਬ ਦੇ ਅੰਦਰ, ਹੋਰ ਕੁਝ ਨਹੀਂ ਵੱਧ ਰਿਹਾ, ਇਸੇ ਕਰਕੇ ਤੁਹਾਡਾ ਰੈਵਨਿਊ ਵੱਧ ਰਿਹਾ। ਮੈਂ ਕਹਿੰਦਾ ਹੁਣ ਤੀਜੀ ਪੁਆਇੰਟ ਵੀ ਸੁਣ ਲਈਏ, ਪਹਿਲਾਂ ਗੱਲ ਕਰ ਰਿਹਾ ਬਹਾਨੇ ਨਾਲ ਲੱਭਣ। ਬੱਬੀ ਬਾਦਲ ਜੀ ਬਹੁਤ ਸਿਆਣੇ ਆ, ਬੜੀਆਂ ਸਿਆਣੀਆਂ ਗੱਲਾਂ ਕੀਤੀਆਂ, ਉਹਨਾਂ ਨੂੰ ਪਤਾ ਭਗਵੰਤ ਮਾਨ ਜੀ ਦੀ ਗੱਲ ਤੇ ਜਵਾਬ ਨਹੀਂ ਦਿੱਤਾ ਜਾ ਰਿਹਾ। ਤੀਜੀ ਗੱਲ ਮੈਂ ਦੱਸਾਂਗਾ, ਬਿਮਾਰੀਆਂ ਪੈਦਾ ਹੋਣੀਆਂ, ਬਿਲਕੁਲ ਜਿੱਦਾਂ ਬਰਾੜ ਸਾਹਿਬ ਨੇ ਗੱਲ ਕੀਤੀ, ਗਾਰ ਸਿੱਟਾਂ ਕਿਤੇ, ਉਹਦੀ ਤਿਆਰੀ ਕਰ ਲੈਣ, ਤੀਜੀ ਤਿਆਰੀ ਕਰ ਲੈਣ। ਜੇ 2 ਚੀਜ਼ਾਂ ਤੇ ਫੇਲ ਹੋ ਗਏ, ਤੀਜੀ ਤਿਆਰੀ ਕਰ ਲੈਣ। ਡਿਬੇਟ ਹੈ, ਕੱਲ ਨੂੰ ਫੇਰ ਨਾ ਕਹਿਣ ਵੀ ਸਾਡੇ ਤੱਕ ਪਹੁੰਚੀ ਨਹੀਂ, ਕਿਉਂਕਿ ਉਹਨਾਂ ਦਾ ਬੁਲਾਰਾ ਬੈਠਾ, ਬਹੁਤ ਸੀਨੀਅਰ ਬੰਦੇ ਬੈਠੇ ਹੋਏ ਆ, ਤੇ ਬੱਬੀ ਜੀ ਜਾ ਕੇ ਜ਼ਰੂਰ ਗੱਲ ਕਰਨ ਵੀ ਗੋਸ਼ਾ ਜੀ ਸਾਰੀਆਂ ਗੱਲਾਂ ਕਹਿੰਦੇ, ਤੁਸੀਂ ਇਹ ਨਹੀਂ ਦੱਸਿਆ ਕੇਂਦਰ ਤੋਂ ਪੈਸੇ ਕਿੰਨੇ ਆਉਣਗੇ? ਗੋਸ਼ਾ ਜੀ ਕੇਂਦਰ ਸਰਕਾਰ ਹਰ ਵਕਤ ਹਰ ਬੰਦੇ ਦੇ ਨਾਲ ਹੈ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਪਰ ਭਗਵੰਤ ਮਾਨ ਜੀ ਇਦਾਂ ਦੀਆਂ ਮਜ਼ਾਕ। ਗੋਸ਼ਾ ਜੀ ਮੈਨੂੰ ਇੱਕ ਚੀਜ਼ ਦੱਸੋ, ਗੋਸ਼ਾ ਜੀ ਜਦੋਂ ਤੱਕ ਪੰਜਾਬ, ਇੱਕ ਮਿੰਟ ਸਰ ਸੁਣ ਲਓ ਗੋਸ਼ਾ ਜੀ, ਪੰਜਾਬ ਸਰਕਾਰ ਜਦੋਂ ਤੱਕ ਐਸਟੀਮੇਟ ਨਹੀਂ ਬਣਾ ਕੇ ਦਿੰਦੀ ਕਿ ਕੇਂਦਰ ਸਰਕਾਰ ਆਪਦੇ ਆਪ ਮਦਦ ਕਰ ਸਕਦੀ ਹੈ ਪੰਜਾਬ ਦੀ ਜਾਂ ਨਹੀਂ ਸਰ? ਅਰਥ ਕੀਤੀ ਹੈ ਜੀ, ਅੱਗੋਂ ਵੀ ਕਰਾਂਗੇ। ਮੈਂ ਕਦੋਂ ਕਹਿ ਰਿਹਾ ਨਹੀਂ ਕੀਤੀ? ਕਦੋਂ ਸਰ? 3 ਹਫ਼ਤੇ ਹੋ ਗਏ, ਤੁਸੀਂ ਆਪ ਕਿਹਾ ਸਰ ਗੋਸ਼ਾ ਜੀ 3 ਹਫ਼ਤੇ ਹੋ ਗਏ, ਅੱਗੇ ਉਸ ਤੋਂ ਬਾਅਦ ਕਿੰਨੇ ਹਫ਼ਤੇ ਲੈਣੇ ਆ ਸਰ ਮਦਦ ਕਰਨ ਲਈ? ਸਰ ਸਾਡੀ ਹਰ ਵਕਤ ਤਿਆਰ ਹੈ, ਅਸੀਂ ਜਾਣਕਾਰੀ ਲੈ ਲਈ ਹੈ। ਦੈਤਵਾਲ ਜਿਹੜੇ ਸਾਡੇ ਮੇਘਵਾਲ ਜੀ ਹੈਗੇ ਮੰਤਰੀ ਸਾਹਿਬ, ਉਹਨਾਂ ਨੇ ਵੀ ਜਾਣਕਾਰੀ ਲਈ ਹੈ, ਜਿਹੜਾ ਬਣਦਾ ਮੁਆਵਜ਼ਾ ਭੇਜਿਆ ਜਾਊਗਾ। ਸਾਡੇ ਵੱਲੋਂ ਕੋਈ ਦੇਰੀ ਨਹੀਂ ਹਰ ਚੀਜ਼। ਪੀਰਮਲ ਸਾਹਿਬ, ਗੋਸ਼ਾ ਜੀ ਕਹਿੰਦੇ ਸਾਡੇ ਵੱਲੋਂ ਕੋਈ ਦੇਰੀ ਨਹੀਂ, ਸਾਡੇ ਵੱਲ ਤਾਂ ਮਦਦ ਆ ਰਹੀ ਹੈ, ਭੇਜਾਂਗੇ ਨਾਲ ਦੀ ਨਾਲ। ਪੀਰਮਲ ਸਾਹਿਬ ਦੇਖੋ ਕੋਈ ਇਹ ਸਿਰਫ ਗੱਲਾਂ ਨੇ, ਅਸਲ ਦੇ ਵਿੱਚ ਕੀ ਹੈ, ਇਹ ਕੇਂਦਰ ਸਰਕਾਰ ਨੂੰ ਤਾਂ ਬੜਾ ਵਧੀਆ ਮੌਕਾ ਉਹਨਾਂ ਨੇ ਲੱਭਿਆ ਹੋਇਆ ਕਿ ਦੇਖੋ ਇਹ ਨਾ ਕਿਸਾਨਾਂ ਨੂੰ ਸਬਕ ਸਿਖਾ ਦਈਏ
ਕਿਉਂਕਿ ਇੱਕ ਕੇਂਦਰ ਸਰਕਾਰ ਦੀ ਇੱਕ ਪਾਲਿਸੀ ਹੁੰਦੀ ਹੈ, ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੁਦਰਤੀ ਆਫਤ ਆਉਂਦੀ ਹੈ ਤਾਂ ਬਕਾਇਦਾ ਉਹਦਾ ਸਰਵੇਖਣ ਕੀਤਾ ਜਾਂਦਾ। ਕੇਂਦਰ ਸਰਕਾਰ ਦੀ ਕੋਈ ਵੀ ਟੀਮ ਪੰਜਾਬ ਦੇ ਵਿੱਚ ਨਹੀਂ ਆਈ ਅਜੇ ਤੱਕ। ਕੋਈ ਦੱਸ ਦੇਣ ਕੋਈ ਟੀਮ ਇੱਥੇ ਪੰਜਾਬ ਦੇ ਵਿੱਚ ਆਈ ਹੋਵੇ। ਇਹਨਾਂ ਨੇ ਛੋਟਾ ਮੋਟਾ ਲੀਡਰ ਜੁਆਇਨ ਕਰਾਉਣਾ ਹੋਵੇ, ਉਹਦੇ ਲਈ ਲੁਧਿਆਣਾ, ਜਲੰਧਰ, ਚੰਡੀਗੜ੍ਹ ਤੇ ਅਲੱਗ-ਅਲੱਗ ਥਾਂ ਦੇ ਕੇਂਦਰੀ ਮੰਤਰੀ ਆਣ ਕੇ ਬੈਠ ਜਾਂਦੇ ਆ ਤੇ ਬਕਾਇਦਾ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ। ਲੇਕਿਨ ਹੜ੍ਹ ਪੀੜਤਾਂ ਦੇ ਲਈ ਇਹ ਦੱਸ ਦੇਣ ਕੋਈ ਇੱਕ ਵੀ ਪੰਜਾਬ ਦੇ ਵਿੱਚ ਕੇਂਦਰੀ ਮੰਤਰੀ ਨੇ ਆਣ ਕੇ ਕੋਈ ਤੁਹਾਡਾ ਬੜਾ ਇੰਪੋਰਟੈਂਟ ਪੁਆਇੰਟ ਆ ਪੀਰੋ ਸਾਹਿਬ, ਇੱਕ ਮਿੰਟ ਇਹਨੂੰ ਪੁੱਛ ਲੈਂਦੇ ਫਿਰ ਡਿਬੇਟ ਸਮਾਪਤ ਕਰਨੀ। ਗੋਸ਼ਾ ਜੀ, ਕੋਈ ਕੇਂਦਰੀ ਟੀਮ ਆਈ ਹੈ ਸਰ ਪੰਜਾਬ 'ਚ? ਸਰ ਇਹਨਾਂ ਦੇ ਮੂੰਹ 'ਚ ਦਹੀਂ ਕਿਉਂ ਜੰਮ ਜਾਂਦੀ ਜਦੋਂ 218 ਕਰੋੜ ਦੀ ਗੱਲ ਆਉਂਦੀ ਹੈ? ਸਰ ਕੇਂਦਰੀ ਟੀਮ ਦੱਸ ਦਿਓ ਨਾ ਸਰ। ਕੇਂਦਰੀ ਟੀਮ ਪੀਰਮਲ ਸਾਹਿਬ ਦਾ ਸਵਾਲ, ਇਹ ਸਵਾਲ ਮੈਂ ਸਰ ਪਾਸੇ ਨਹੀਂ ਕਰ ਸਕਦਾ। ਬਹੁਤ ਇੰਪੋਰਟੈਂਟ ਸਵਾਲ ਕੀਤਾ ਪੀਰਮਲ ਸਾਹਿਬ ਨੇ। ਸੁਣੋ ਪੀਰ ਮੁਹੰਮਦ ਜੀ, ਮੈਂ ਤੁਹਾਡੀ ਗੱਲ 'ਚ ਬੋਲਿਆ? ਹਾਂ ਤੁਸੀਂ ਕਿਉਂ ਭੜਕਦੇ ਹੋ? ਗੋਸ਼ਾ ਜੀ ਬੋਲੋ ਜਵਾਬ। ਗੋਸ਼ਾ ਜੀ ਪੰਜਾਬ ਸਰਕਾਰ ਦਾ ਕੰਮ ਹੈ, ਪੰਜਾਬ ਸਰਕਾਰ ਆਪਣਾ ਕੰਮ ਕਰੇ। ਅਸੀਂ ਕਦੋਂ ਕਹਿ ਰਹੇ ਹਾਂ ਨਾ ਕਰੇ? ਚਲੋ ਕੇਂਦਰੀ ਟੀਮ ਦੀ ਲੋੜ ਨਹੀਂ ਹੈਗੀ। ਗੋਸ਼ਾ ਜੀ ਕੇਂਦਰੀ ਟੀਮ ਦੀ ਲੋੜ ਨਹੀਂ ਹੈਗੀ। ਪੀਰਮਲ ਸਾਹਿਬ ਦਾ ਸਵਾਲ ਗਲਤ ਹੈ। ਜ਼ਰੂਰ ਆਏਗੀ, ਜਿੰਨੇ ਲੋੜ ਹੋਏਗੀ ਜ਼ਰੂਰ ਆਏਗੀ। ਇਸ ਤੇ ਪੰਜਾਬ ਦਾ ਕੰਮ ਹੈ। ਚਲੋ ਯਾਨੀ ਕਿ ਕੇਂਦਰੀ ਟੀਮ ਤਿਆਰ ਬੈਠੀ ਹੈ, ਪੰਜਾਬ ਸਰਕਾਰ ਕਹੂਗੀ ਫੇਰ ਆਉਣਗੇ ਉਹ। ਨਹੀਂ, ਜਿਹੜੇ ਕੁਝ ਜਿੱਥੇ ਜ਼ਰੂਰਤ ਹੋਏਗੀ ਬਿਲਕੁਲ ਨਾਲ ਤਾਲਮੇਲ ਹੈ ਸਾਡਾ, ਪਰ ਇਹ ਹੁਣ ਨੈਰੇਟਿਵ ਸੈੱਟ ਕਰਨ 'ਚ ਲੱਗੇ। ਮੈਂ ਤਾਂ ਬਾਰ-ਬਾਰ ਕਹਿ ਰਿਹਾ। ਚਲੋ ਬਹੁਤ ਧੰਨਵਾਦ। ਨੈਰੇਟਿਵ ਸਾਰੇ ਲੋਕ ਦੇਖ ਰਹੇ ਆ ਕੌਣ ਕਿਹੜਾ ਸੈੱਟ ਕਰ ਰਿਹਾ। ਬਹੁਤ ਧੰਨਵਾਦ ਪੀਰਮਲ ਸਾਹਿਬ ਤੁਹਾਡਾ, ਗੋਸ਼ਾ ਜੀ ਤੁਹਾਡਾ, ਸੁਖਵੀਰ ਸਲਾਰਪੁਰ ਤੁਹਾਡਾ, ਰਵਨੀਤ ਬਰਾੜ ਤੁਹਾਡਾ, ਬਬੀ ਬਾਦਲ ਤੁਹਾਡਾ ਵੀ ਬਹੁਤ ਧੰਨਵਾਦ। ਬਹੁਤ ਸਾਰੇ ਸਵਾਲ ਹੈ ਪਰ ਇਸ ਸਵਾਲਾਂ ਦੇ ਜਵਾਬ ਦੇ ਨਾਲ ਉਸ ਕਿਸਾਨ ਦੀ, ਉਸ ਖੇਤ ਮਜ਼ਦੂਰ ਦਾ ਢਿੱਡ ਨਹੀਂ ਭਰਨਾ ਜਿਹੜਾ ਭੁੱਖਾ ਬੈਠਾ, ਜਿਹੜਾ ਛੱਤ ਤੋਂ ਬਿਨਾਂ ਬੈਠਾ, ਜਿਹੜਾ ਪਾਣੀ ਦੇ ਵਿੱਚ ਬੈਠਾ, ਜਿਹੜਾ ਰਾਹਤ ਕੈਂਪਾਂ 'ਚ ਬੈਠਾ, ਉਹਨਾਂ ਦਾ ਢਿੱਡ ਇਸ ਡਿਬੇਟ ਨਾਲ ਨਹੀਂ ਭਰਨਾ। ਪਰ ਜੇ ਇਹ ਬਹਿਸ ਨਾ ਹੋਵੇ ਤਾਂ ਫਿਰ ਤੁਹਾਨੂੰ ਵੀ ਪਤਾ ਨਹੀਂ ਲੱਗਣਾ ਕਿ ਤੁਹਾਡੇ ਨੇੜੇ ਕੌਣ ਖੜਾ ਤੇ ਨਾਲ ਕੌਣ ਖੜਾ। ਬਹੁਤ ਧੰਨਵਾਦ।